ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸੰਵਿਧਾਨ ਦਾ ਪਾਠ 4th ਕਰਨ ਜਾ ਰਹੇ ਹਾਂ, ਜੋ ਕਿ ਪੇਪਰ ਦੇ ਪੱਖੋਂ ਕਾफ़ी ज़्यादा ਇੰਪੋਰਟੈਂਟ ਪਾਰਟ ਆ। ਸੋ ਸਾਰਿਆਂ ਨੇ ਕਾफ़ी ਧਿਆਨ ਨਾਲ ਇਸ ਨੂੰ ਫੋਲੋ ਕਰਨਾ, ਕਿਉਂਕਿ ਪੇਪਰ ਦੇ ਵਿੱਚ ਕਾफ़ी ਵਾਰ ਜਿਹੜੇ ਇਸ ਦੇ ਵਿੱਚੋਂ ਜਿਹੜੇ ਕੁਐਸਚਨ ਪੁੱਟ ਕੀਤੇ ਜਾ ਚੁੱਕੇ ਨੇ। ਸੋ ਅੱਗੇ ਵੀ ਜਿਹੜੇ ਐਗਜ਼ਾਮ ਆ ਰਹੇ ਨੇ ਤਾਂ ਉਹਨਾਂ ਲਈ ਕਾफ़ी ज़्यादा ਜਿਹੜੇ ਕੁਐਸਚਨ ਬਣਨ ਦੀ ਸੰਭਾਵਨਾ, ਇਸ ਕਰਕੇ ਆਪਾਂ ਕੰਟੀਨਿਊ ਕਰਦੇ ਹਾਂ ਸੰਵਿਧਾਨ ਦਾ ਪਾਠ 4। ਤਾਂ ਦੇਖੋ ਜੀ ਨੰਬਰ 4 ਪਾਰਟ 4th। ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਹਰ ਪਾਰਟ ਦੇ ਵਿੱਚ ਦੇਖਦੇ ਹਾਂ ਕਿ ਅੰਡਰ ਕਿੰਨੇ ਆਰਟੀਕਲ ਆ ਰਹੇ ਨੇ, ਜਿਵੇਂ ਪਾਰਟ 1 ਦੇ ਵਿੱਚ ਕੀਤਾ ਸੀਗਾ 1 ਤੋਂ ਲੈ ਕੇ 2 ਤੱਕ, ਪਾਰਟ 2 ਦੇ ਵਿੱਚ ਕੀਤਾ ਸੀਗਾ 5 ਤੋਂ ਲੈ ਕੇ 11 ਤੱਕ, ਪਾਰਟ 3 ਦੇ ਵਿੱਚ ਕੀਤਾ ਸੀਗਾ 5 ਤੋਂ ਲੈ ਕੇ 12 ਤੋਂ ਲੈ ਕੇ 35 ਤੱਕ। ਤੇ ਅੱਜ ਆਪਾਂ 35 ਤੋਂ ਅੱਗੇ ਕੰਟੀਨਿਊ ਕਰਦੇ ਹਾਂ 37 ਤੋਂ ਲੈ ਕੇ 51 ਤੱਕ। ਇਹ ਜਿਹੜਾ ਪਾਰਟ ਆ ਸੰਵਿਧਾਨ ਦਾ, ਇਸ ਜਿਹੜੇ ਅੰਡਰ ਆਰਟੀਕਲ ਆਉਂਦੇ 37 ਤੋਂ ਲੈ ਕੇ 51 ਤੱਕ ਆਪਾਂ ਅੱਜ ਇਹਨਾਂ ਨੂੰ ਕੱਲੇ ਆਰਟੀਕਲ ਨੂੰ ਡਿਫਾਈਨ ਵੀ ਕਰਾਂਗੇ ਨਾਲ ਨਾਲ। ਤਾਂ ਸਭ ਤੋਂ ਪਹਿਲਾਂ ਦੇਖਣ ਦੀ ਲੋੜ ਆ ਕਿ ਸੰਵਿਧਾਨ ਦਾ ਪਾਰਟ ਜਿਹੜਾ 4 ਆ, ਇਸ ਦਾ ਸੰਬੰਧ ਆ ਉਹ ਕਿਸ ਨਾਲ ਹੈਗਾ। ਤਾਂ ਇਸ ਦਾ ਸੰਬੰਧ ਆ ਜਿਹੜਾ ਹੋਏਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਪਹਿਲਾਂ ਆਪਾਂ ਇੱਥੇ ਲਿਖਦੇ ਹਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਦੇਖੋ ਜੀ, ਇਹਨੂੰ ਸ਼ਾਰਟਕਟ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ DPSP ਵੀ ਲਿਖਿਆ ਜਾਂਦਾ। DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਜੇ ਆਪਾਂ ਗੱਲ ਕਰ ਲਈਏ ਪੰਜਾਬੀ ਦੇ ਵਿੱਚ ਬੋਲਿਆ ਜਾਂਦਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਤਾਂ ਦੇਖੋ ਹੁਣ ਆਪਾਂ ਇੱਕ ਟ੍ਰਿਕ ਯਾਦ ਰੱਖਦੇ ਹੁੰਦੇ ਹਾਂ ਹਰ ਇੱਕ ਪਾਠ ਨੂੰ ਯਾਦ ਰੱਖਣ ਲਈ ਕਿ ਆਪਾਂ ਕਿਸ ਤਰ੍ਹਾਂ ਯਾਦ ਰੱਖਣਾ। ਤਾਂ ਬੜੀ ਸਿੰਪਲ ਟ੍ਰਿਕ ਸਾਹਮਣੇ ਆ ਰਹੀ ਹੈ ਤੁਹਾਡੇ ਨਜ਼ਰ। DPSP ਤਾਂ ਕਿੰਨੇ ਅੱਖਰਾਂ 'ਚ ਪਿਆ ਹੋਇਆ ਜੀ? 4 ਅੱਖਰਾਂ ਦੇ ਵਿੱਚ। ਤਾਂ 4 ਹੀ ਸਾਡੀ ਕੀ ਆ? ਟ੍ਰਿਕ ਆ। ਇਸ ਕਰਕੇ ਸੰਵਿਧਾਨ ਦਾ ਜਿਹੜਾ ਪਾਰਟ 4th ਆ ਤਾਂ ਕਾਹਦੇ ਨਾਲ ਸੰਬੰਧਿਤ ਆ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਸਾਰਿਆਂ ਦਾ ਤੁਸੀਂ ਫਸਟ ਅੱਖਰ ਲੈ ਲੈਣਾ, ਤਾਂ ਇੱਥੋਂ ਤੁਸੀਂ ਬੜੇ ਸੌਖੇ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਜਾਂ ਫਿਰ ਜੇਕਰ ਤੁਸੀਂ ਕਦੇ ਪੰਜਾਬੀ 'ਚ ਦੇਖਦੇ ਹੋ, ਠੀਕ ਹੈ, ਤਾਂ ਅੱਗੇ ਆਪਾਂ ਜਾ ਕੇ ਕਰਾਂਗੇ ਵੀ ਉਹ ਵੀ ਕਿਸ ਤਰੀਕੇ ਨਾਲ ਆਪਾਂ ਯਾਦ ਰੱਖਣਾ ਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ DPSP ਬਾਰੇ। ਸਭ ਤੋਂ ਪਹਿਲਾਂ ਮੈਂ ਦੱਸਦਾ ਵੀ ਇਹ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁੰਦੀ ਕੀ ਆ। ਦੇਖੋ ਸੰਵਿਧਾਨ ਦਾ ਇੱਕ ਆਪਾਂ ਗੱਲ ਕਰ ਰਹੇ ਸੀਗੇ ਫਾਦਰ, ਆਈਡੀਆ ਤੇ ਐਡਵਾਈਜ਼ਰੀ। ਤਾਂ ਇੱਕ ਸੰਵਿਧਾਨ ਦਾ ਜਿਹੜਾ ਸਲਾਹਕਾਰ ਐਡਵਾਈਜ਼ਰ ਬਣਿਆ ਸੀਗਾ, ਕੌਣ ਸੀਗਾ? BN ਰਾਓ, ਠੀਕ ਹੈ, ਜਿਹੜਾ ਸਲਾਹਕਾਰ ਸੀ ਐਡਵਾਈਜ਼ਰ। ਤਾਂ ਉਸਨੇ ਇੱਕ ਸਲਾਹ ਦਿੱਤੀ ਸੀ ਕਿ ਸਾਨੂੰ ਸੰਵਿਧਾਨ ਦੇ ਵਿੱਚ 2 ਤਰ੍ਹਾਂ ਦੇ ਜਿਹੜੇ ਮੌਲਿਕ ਅਧਿਕਾਰ ਆ ਉਹ ਰੱਖਣੇ ਚਾਹੀਦੇ ਨੇ, ਠੀਕ ਹੈ। ਇੱਕ ਤਾਂ ਜਿਹੜੇ ਲੋਕਾਂ ਨੂੰ ਤੁਰੰਤ ਜਿਹੜੇ ਮਿਲ ਜਾਣ, ਹਾਸਲ ਹੋ ਜਾਣ, ਤਾਂ ਇੱਕ ਜਿਹੜੇ ਹੌਲੀ ਜਿਹੜੇ ਪ੍ਰਾਪਤ ਹੋਣ, ਠੀਕ ਹੈ, 2 ਤਰੀਕਿਆਂ ਨਾਲ। ਤਾਂ ਉੱਥੇ ਬੇਸ਼ੱਕ ਇਸ ਤਰ੍ਹਾਂ ਦੀ ਗੱਲ 2 ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਨਹੀਂ ਰੱਖੀ ਗਈ। ਉੱਥੇ ਜਿਹੜੇ ਹੌਲੀ ਪ੍ਰਾਪਤ ਹੋਣ ਵਾਲੀਆਂ, ਠੀਕ ਹੈ, ਕੁਝ ਸੁਵਿਧਾਵਾਂ ਸੀ, ਉਹਨਾਂ ਨੂੰ ਆਪਾਂ DPSP ਕਹਿਤਾ ਬਾਅਦ ਦੇ ਵਿੱਚ ਜਾ ਕੇ, ਕਿਉਂਕਿ ਸਰਕਾਰ ਦੇ ਕੋਲੇ ਉਸ ਸਮੇਂ ਜੇ ਆਪਾਂ ਕਹਿ ਲਈਏ ਕੁਝ ਫੈਸਿਲਿਟੀਆਂ ਨਹੀਂ ਸੀ, ਜਾਂ ਜਿਹੜੀ ਸਰਕਾਰ ਦੀ ਕੰਡੀਸ਼ਨ ਉਸ ਸਮੇਂ ਨਹੀਂ ਹੈਗੀ ਸੀ ਉਹਨਾਂ ਨੂੰ ਦੇਣ ਦੀ। ਤਾਂ ਇਹ ਇਸ ਤਰ੍ਹਾਂ ਕਿਹਾ ਗਿਆ ਟਾਈਮ ਟੂ ਟਾਈਮ, ਜਿਸ ਤਰ੍ਹਾਂ ਸੰਵਿਧਾਨ ਦੇ ਜਿਹੜੇ ਆਪਣਾ ਸਰਕਾਰ ਡਿਵੈਲਪਮੈਂਟ ਕਰਦੀ ਆ, ਉਸ ਕੋਲ ਸਾਧਨ ਹੋਣਗੇ, ਉਸ ਤਰੀਕੇ ਨਾਲ ਅੱਗੇ ਜਾ ਕੇ ਜਿਹੜੇ DPSP ਜਿਹੜੇ ਉਹ ਉਪਲਬਧ ਕਰਾਏ ਜਾਣਗੇ। ਕਿਉਂਕਿ ਇਹਨਾਂ ਨੂੰ ਲੈਣ ਲਈ ਅਸੀਂ ਕਿਸੇ ਵੀ ਕੋਰਟ ਦੇ ਵਿੱਚ ਜਾ ਨਹੀਂ ਸਕਦੇ, ਪਹੁੰਚ ਨਹੀਂ ਕਰ ਸਕਦੇ, ਕਿਉਂਕਿ ਮੌਲਿਕ ਅਧਿਕਾਰ ਹੁੰਦੇ ਨੇ ਜਿਹੜੇ, ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਜਿਹੜੇ ਮੌਲਿਕ ਅਧਿਕਾਰ ਨੇ ਜਸਟੇਬਲ ਨੇ। ਜੇਕਰ ਸਾਡੀ ਉਲੰਘਣਾ ਹੁੰਦੀ ਆ ਕਿਸੇ ਮੌਲਿਕ ਅਧਿਕਾਰ ਦੀ ਤਾਂ ਅਸੀਂ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਬਟ ਰਾਜਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਲਈ ਅਸੀਂ ਕਿਸੇ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਕੋਈ ਪਹੁੰਚ ਨਹੀਂ ਬਣਾ ਸਕਦੇ। ਕਹਿਣ ਦਾ ਭਾਵ ਇਹ ਸਰਕਾਰ 'ਤੇ ਡਿਪੈਂਡ ਕਰਦੇ ਆ ਕਿ ਉਹਨੇ ਕਦੋਂ ਦੇਣੇ ਆ ਅਤੇ ਕਿਵੇਂ ਦੇਣੇ ਨੇ, ਠੀਕ ਆ। ਤਾਂ ਇਹ ਸੀ ਸ਼ਾਰਟ ਜੀ ਆਪਾਂ ਕਹਿ ਦਈਏ ਇਹਨਾਂ ਦੀ ਪਰਿਭਾਸ਼ਾ। ਅਤੇ ਅੱਜ ਆਪਾਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਦੇਖਾਂਗੇ ਵੀ ਜਿਹੜੇ DPSP ਦੇ ਵਿੱਚ ਅਤੇ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਅੰਤਰ ਆਪਾਂ ਕੰਸਲਟ ਕਰਾਂਗੇ। ਅਤੇ ਨੰਬਰ 1 'ਤੇ ਆਪਾਂ ਯਾਦ ਰੱਖਾਂਗੇ ਵੀ ਇਹ ਕਿੱਥੋਂ ਲੈ ਗਏ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਵੀ ਆਈਡੀਆ ਕਿੱਥੋਂ ਆਇਆ ਸਾਡੇ ਮਾਈਂਡ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਦੇਖੋ ਜੀ ਆਈਡੀਆ। ਤਾਂ ਆਈਡੀਆ ਕਿਹੜੇ ਕੰਟਰੀ ਤੋਂ ਲਿਆ ਆਪਾਂ? ਆਈਡੀਆ ਆਫ DPSP ਜਿਹੜਾ ਕਿੱਥੋਂ ਲਿਆ ਗਾ? ਤਾਂ ਇਹ ਲਿਆ ਆਪਾਂ ਆਇਰਲੈਂਡ ਤੋਂ। ਤਾਂ ਦੇਖੋ ਜੀ ਆਇਰਲੈਂਡ, ਇੱਕ ਆਇਰਲੈਂਡ ਦੇਸ਼ ਆਪਾਂ ਆਪਣੇ ਕੋਲ ਆਏ ਨੇ ਆਇਰਲੈਂਡ ਤੋਂ, ਠੀਕ ਹੈ। ਤਾਂ ਦੂਜੇ ਪਾਸੇ ਇਹਨੂੰ ਇੰਗਲਿਸ਼ ਦੇ ਬੋਲਿਆ ਜਾਂਦਾ ਆਇਰਸ, ਠੀਕ ਹੈ। ਤਾਂ ਇੱਥੇ ਇੱਕ ਟ੍ਰਿਕ ਹੋਰ ਨਜ਼ਰ ਆਉਂਦਾ, ਜੇ ਆਪਾਂ ਗੱਲ ਕਰ ਲਈਏ ਵੀ ਜਿਹੜੇ DPSP ਕਿੱਥੋਂ ਲੈ ਗਏ ਨੇ। DPSP
ਕਿੱਥੋਂ ਲੈ ਗਏ ਨੇ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਵੀ ਆਇਰ ਜਿਹੜਾ ਆਇਰ ਅੱਖਰ ਆ ਗਏ ਇਹ 3 ਚ ਆ ਗਿਆ ਤੇ ਲੈਂਡ ਨੂੰ ਇੱਕ ਅੱਖਰ ਮੈਚ ਕਰ ਲਓ ਤਾਂ 4। ਤਾਂ ਇਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਆਇਰਲੈਂਡ ਜਿਹੜੇ ਰਾਜਨੀਤੀ ਨਿਰਦੇਸ਼ਕ ਸਿਧਾਂਤ ਅਸੀਂ ਲੈਣੇ ਕਿੱਥੋਂ ਲੈਣੇ ਜੀ, ਆਇਰਲੈਂਡ ਦੇ ਸੰਵਿਧਾਨ ਤੋਂ ਲੈਣੇ, ਠੀਕ ਹੈ, ਯਾਦ ਰੱਖਿਓ। ਜਾਂ ਪੁੱਛਿਆ ਜਾਂਦਾ ਵੀ ਜਿਹੜਾ ਰਾਜਨੀਤੀ ਨਿਰਦੇਸ਼ਕ ਸਿਧਾਂਤ ਕਿੰਨੇ ਤੋਂ ਕਿੰਨੇ ਆਰਟੀਕਲ ਦੇ ਵਿੱਚ ਆਉਂਦੇ ਨੇ, 37 ਤੋਂ ਲੈ ਕੇ 51 ਤੱਕ। ਜਾਂ ਪੁੱਛਿਆ ਜਾਂਦਾ ਵੀ ਜਿਹੜੇ DPSP ਆ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਆਉਂਦੇ ਨੇ, ਠੀਕ ਹੈ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਰਿਪੀਟ ਜ਼ਿਆਦਾ ਇੱਥੋਂ ਹੀ ਹੋ ਰਹੇ ਨੇ ਜਿੱਥੋਂ ਤੱਕ ਮੈਂ ਹੁਣ ਤੁਹਾਨੂੰ ਪੜ੍ਹਾ ਚੁੱਕਿਆ। ਤੇ ਹੁਣ ਨੈਕਸਟ ਆਪਾਂ ਗੱਲ ਕਰਾਂਗੇ ਇਹਨਾਂ ਵਿੱਚ ਡਿਫਰੈਂਸ ਕੀ ਆ ਜੀ। ਦੇਖੋ ਡਿਫਰੈਂਸ ਕੀ ਨੇ, ਫੰਡਾਮੈਂਟਲ ਰਾਈਟ ਤੇ ਮਿਨੋਰਿਟੀ ਆਪਣਾ ਜਿਹੜਾ DPSC ਵਿੱਚ ਕੀ ਡਿਫਰੈਂਸਿਸ ਨੇ। ਤਾਂ ਹੁਣ ਆਪਾਂ ਡਿਫਰੈਂਸ ਦੀ ਗੱਲ ਕਰਾਂਗੇ। ਦੇਖੋ ਸਭ ਤੋਂ ਪਹਿਲਾਂ, ਠੀਕ ਹੈ, ਇੱਥੇ ਤੱਕ ਮੈਂ ਰਫ ਕਰ ਦੇਣਾ ਡਿਫਰੈਂਸਿਸ ਕਿਹੜੀਆਂ ਡਿਫਰੈਂਸਿਸ ਨੇ ਇਹਨਾਂ ਵਿੱਚ। ਸਭ ਤੋਂ ਪਹਿਲਾਂ ਇੱਕ ਸਾਈਡ ਤੇ ਲਿਖਾਂਗੇ ਆਪਾਂ ਫੰਡਾਮੈਂਟਲ ਰਾਈਟ, ਚਾਹੇ ਇਹਨੂੰ ਸ਼ਾਰਟਕਟ ਲਿਖ ਲਓ FD ਤੋਂ ਭਾਵ ਕੀ ਆ ਫੰਡਾਮੈਂਟਲ ਆਪਣਾ ਫੰਡਾਮੈਂਟਲ ਰਾਈਟ ਕਰ ਲਓ, ਠੀਕ ਹੈ, FR ਲਿਖ ਲਓ, ਸੌਰੀ ਫੰਡਾਮੈਂਟਲ ਰਾਈਟ। ਦੂਜੇ ਪਾਸੇ ਆਪਾਂ ਕਰਾਂਗੇ DPSP ਇਹਨਾਂ ਦੇ ਵਿੱਚ ਕੀ ਡਿਫਰੈਂਸ ਆ, ਉੱਪਰ ਜਾ ਕੇ ਡਿਫਰੈਂਸ ਲਿਖ ਸਕਦੇ ਹੋ। ਡਿਫਰੈਂਸ ਕੀ ਇਹਨਾਂ ਦੇ ਵਿੱਚ, ਡਿਫਰੈਂਸ ਦੇਖੋ ਸਭ ਤੋਂ ਪਹਿਲਾਂ ਡਿਫਰੈਂਸ ਕੀ ਆਉਂਦਾ ਜੀ, ਪਾਰਟ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਆਉਂਦੇ ਆ ਜੀ, 3 ਦੇ ਵਿੱਚ। ਜਿਹੜੇ ਸਾਡੇ DPSP ਆਉਂਦੇ ਆ ਇਹ ਕਿਹੜੇ ਪਾਰਟ ਦੇ ਵਿੱਚ ਆਉਂਦੇ ਆ ਜੀ, 4th ਦੇ ਅੰਡਰ, ਜਿਹੜਾ ਭਾਗ ਸੰਵਿਧਾਨ ਦਾ 4ਥਾ ਗਾ। ਅੰਡਰ ਆਰਟੀਕਲ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੇ ਸਾਡੇ DPSP ਕਿਹੜੇ ਆਰਟੀਕਲ ਅੰਡਰ ਆਉਂਦੇ ਆ, ਠੀਕ ਹੈ, ਜਾਂ ਮੌਲਿਕ ਅਧਿਕਾਰ ਕਿਹੜੇ ਆਰਟੀਕਲ ਅੰਡਰ ਆਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਫੰਡਾਮੈਂਟਲ ਰਾਈਟ ਕਿੰਨੇ ਤੋਂ ਕਿੰਨੇ ਤੱਕ ਸੀ, ਲੈ ਕੇ 12 ਤੋਂ ਲੈ ਕੇ 35 ਤੱਕ। ਤਾਂ ਜਿਹੜੇ ਇਹ ਹੈਗੇ ਨੇ ਇਹ ਆਪਣੇ ਅੰਡਰ ਆਰਟੀਕਲ ਲਿਖੋ ਜੀ 37 ਤੋਂ ਲੈ ਕੇ 51 ਤੱਕ, 37 ਤੋਂ ਲੈ ਕੇ 51 ਤੱਕ। ਨੈਕਸਟ ਆਪਾਂ ਗੱਲ ਕਰ ਲਈਏ, ਤੁਹਾਨੂੰ ਮੈਂ ਦੱਸ ਚੁੱਕਿਆ ਵੀ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਨੇ ਉਹ ਕੀ ਨੇ, ਜਸਟੇਬਲ ਨੇ। ਆਪਾਂ ਜੇਕਰ ਉਲੰਘਣਾ ਹੁੰਦੀ ਹੈ ਤਾਂ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਦਰਵਾਜ਼ਾ ਖੜਕਾ ਸਕਦੇ ਹਾਂ। ਕਿਹੜੇ ਆਰਟੀਕਲਾਂ ਥਰੂ, 32 ਦੇ ਥਰੂ ਆਪਾਂ ਕਿੱਥੇ ਜਾ ਸਕਦੇ ਹਾਂ, ਸੁਪਰੀਮ ਕੋਰਟ ਐਂਡ 226 ਦੇ ਥਰੂ ਕਿੱਥੇ ਜਾ ਸਕਦੇ ਹਾਂ, ਹਾਈ ਕੋਰਟ। ਜਿਹੜਾ ਆਪਾਂ ਰੇਟਾਂ ਦੇ ਵਿੱਚ ਗੱਲ ਕੀਤੀ ਸੀ, ਆਰਟੀਕਲ 32 ਤੇ 200 ਜਿਹੜਾ 26 ਰਿਟ ਪਾ ਸਕਦੇ ਹਾਂ ਹਾਈ ਕੋਰਟ ਦੇ ਵਿੱਚ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਜਿਹੜਾ ਫੰਡਾਮੈਂਟਲ ਰਾਈਟ ਆ ਇਹਨਾਂ ਦਾ ਜਿਹੜਾ ਕੀ ਨੇ, ਇਹ ਜਸਟੇਬਲ ਨੇ। ਜਸਟੇਬਲ ਕਹਿਣ ਦਾ ਭਾਵ ਪੰਜਾਬੀ 'ਚ ਕੀ ਆ, ਜਸਟੇਬਲ ਨਿਆਂਯੋਗ। ਜਸਟੇਬਲ ਕੀ ਆ, ਨਿਆਂਯੋਗ। ਵੀ ਅਸੀਂ ਅਦਾਲਤ ਦੇ ਵਿੱਚ ਜਾ ਕੇ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਾਂ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਤੋਂ ਨਿਆਂ ਦੀ ਮੰਗ ਕਰ ਸਕਦੇ ਹਾਂ, ਕਹਿਣ ਦਾ ਭਾਵ, ਠੀਕ ਹੈ। ਤਾਂ ਦੂਜੇ ਪਾਸੇ DPSP ਕੀ ਆ, ਇਹ ਨੋਟ ਜਸਟੇਬਲ ਨੇ। ਯਾਦ ਰੱਖਿਓ ਜੀ ਕੀ ਨੇ ਇਹ, ਨੋਟ ਜਸਟੇਬਲ। ਜੇ ਤੁਹਾਨੂੰ ਨਾ ਹੀ ਮਿਲੇ ਤਾਂ ਤੁਸੀਂ ਇਹ ਨਹੀਂ ਹੈਗਾ ਮਤਲਬ ਕਿ ਤੁਸੀਂ ਕਿਸੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜਾ ਕੇ ਪਹੁੰਚ ਕਰ ਸਕਦੇ ਹੋ, ਤਾਂ ਤੁਸੀਂ ਕੋਈ ਪਹੁੰਚ ਨਹੀਂ ਬਣਾ ਸਕਦੇ, ਠੀਕ ਹੈ। ਨੈਕਸਟ ਆਪਾਂ ਗੱਲ ਕਰ ਲਈਏ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਨੇ ਇਹਨਾਂ ਦੀ ਪ੍ਰਵਿਰਤੀ ਕਿਹੜੀ ਆ, ਇਹ ਨੈਗੇਟਿਵ ਨੇ। ਨੈਗੇਟਿਵ ਤੁਸੀਂ ਕਹੋਗੇ ਵੀ ਨੈਗੇਟਿਵ ਨੇ ਕਿਵੇਂ ਨੇ, ਨੈਗੇਟਿਵ ਨਹੀਂ ਹੋ ਸਕਦੇ, ਇਹ ਤਾਂ ਪੋਜ਼ਿਟਿਵ ਹੋਣਗੇ, ਤਾਂ ਇਹ ਨੈਗੇਟਿਵ ਨੇ। ਤਾਂ ਦੂਸਰੇ ਪਾਸੇ ਗਏ ਜਿਹੜੇ ਸਾਡੇ DPSP ਕੀ ਆ, ਪੋਜ਼ਿਟਿਵ, ਠੀਕ ਹੈ। ਤਾਂ ਇਹ ਨੈਗੇਟਿਵ ਪੋਜ਼ਿਟਿਵ ਦਾ ਕਨਸੈਪਟ ਕੀ ਆ, ਦੇਖੋ ਜੀ ਜਦੋਂ ਸਾਡੇ ਜਿਹੜੇ ਇਹ ਕਹਿਣ ਦਾ ਭਾਵ ਜਿਹੜੇ ਫੰਡਾਮੈਂਟਲ ਰਾਈਟ ਹੈ ਸੰਵਿਧਾਨਕ ਕੰਮਾਂ ਦੇ ਵਿੱਚ ਵਿਘਨ ਪਾਉਂਦੇ ਆ। ਸੰਵਿਧਾਨਕ ਕੰਮਾਂ ਦੇ ਵਿੱਚ ਵਿਘਨ ਕਿਵੇਂ ਪਾਉਂਦੇ ਆ, ਜਦੋਂ ਆਪਾਂ ਕਿਸੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਾਂ, ਕਿਸੇ ਤੁਹਾਡਾ ਫੰਡਾਮੈਂਟਲ ਰਾਈਟ ਦੀ ਜਿਹੜੀ ਉਲੰਘਣਾ ਹੋ ਗਈ, ਠੀਕ ਹੈ, ਤਾਂ ਤੁਸੀਂ ਆਪਣਾ ਕੋਈ ਜੋਬ ਨੂੰ ਲੈ ਕੇ ਹੋ ਗਈ ਜਾਂ ਕਿਸੇ ਵੀ ਤਰੀਕੇ ਨੂੰ ਲੈ ਕੇ ਹੋ ਗਈ, ਤਾਂ ਤੁਸੀਂ ਰਿਟ ਪਾ ਦਿੰਦੇ ਹੋ। ਉਹਦੇ ਨਾਲ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਨੇ। ਤਾਂ ਇਸ ਕਰਕੇ ਕੀ ਆ, ਸਾਡੇ ਜਿਹੜੇ ਸੰਵਿਧਾਨਕ ਕੰਮਾਂ ਦੇ ਵਿੱਚ ਵਿਘਨ ਪੈਂਦਾ, ਕਹਿਣ ਦਾ ਭਾਵ। ਤੇ ਇਸ ਤਰੀਕੇ ਨਾਲ ਇਹਨੂੰ ਯਾਦ ਰੱਖ ਸਕਦੇ ਹੋ। ਇਸ ਕਰਕੇ ਇਹ ਕੀ ਆ, ਇਹਨਾਂ ਦੀ ਪ੍ਰਵਿਰਤੀ ਕੀ ਆ, ਨੈਗੇਟਿਵ। ਪਰ ਦੂਸਰੇ ਪਾਸੇ ਇਹ ਕੀ ਆ, ਇਹ ਸਾਡੇ ਕੀ ਆ, ਪੋਜ਼ਿਟਿਵ, ਠੀਕ ਹੈ। ਤਾਂ ਇੱਥੇ ਤੱਕ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਚੁੱਕੀ ਹੋਊਗੀ। ਪਾਰਟ 3 ਦੇ ਅੰਡਰ ਆਉਂਦੇ ਆ, ਇਹ ਪਾਰਟ 4 ਦੇ ਅੰਡਰ ਆਉਂਦੇ ਆ। 12 ਤੋਂ ਲੈ ਕੇ 35 ਤੇ 37 ਤੋਂ 51 ਜਸਟੇਬਲ, ਨੋਟ ਜਸਟੇਬਲ, ਨੈਗੇਟਿਵ ਤੇ ਪੋਜ਼ਿਟਿਵ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਿਹੜਾ ਖੇਤਰ ਦੀ, ਠੀਕ ਹੈ। ਇੱਕ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਪੁੱਛਿਆ ਜਾਂਦਾ ਵੀ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਆ ਉਹਨਾਂ ਦਾ ਖੇਤਰ ਕਿਹੜਾ ਗਾ, ਠੀਕ ਹੈ। ਸਾਰਿਆਂ ਨੂੰ ਤਕਰੀਬਨ ਪਤਾ ਹੋਣਾ ਵੀ ਜਿਹੜੇ ਹੈਗਾ ਪੋਲੀਟੀਕਲ ਖੇਤਰ ਨਾਲ ਸੰਬੰਧਿਤ ਨੇ, ਠੀਕ ਹੈ। ਜਿਹੜਾ ਇਹਨਾਂ ਦਾ ਏਰੀਆ ਕਿਹੜਾ ਜੀ, ਇਹ ਪੋਲੀਟੀਕਲ ਏਰੀਆ ਕਿਹੜਾ ਜੀ, ਪੋਲੀਟੀਕਲ, ਠੀਕ ਹੈ। ਪੋਲੀਟੀਕਲ ਜਿਹੜਾ ਖੇਤਰ ਨਾਲ ਸੰਬੰਧਿਤ ਰੱਖਦੇ ਆ, ਸ਼ਾਰਟਕਟ ਹੀ ਲਿਖ ਲਓ ਚਾਹੇ ਪੋਲੀਟੀਕਲ, ਪੋਲ ਸਾਇੰਸ, ਠੀਕ ਹੈ। ਰਾਜਨੀਤੀ ਨਾਲ ਸੰਬੰਧਿਤ ਨੇ। ਦੂਸਰੇ ਪਾਸੇ ਜਿਹੜੇ ਸਾਡੇ DPSP ਆ ਇਹਨਾਂ ਦਾ ਜਿਹੜਾ ਖੇਤਰ ਹੈਗਾ ਉਹ ਕੀ ਆ ਜੀ, ਸੋਸ਼ਲ ਤੇ ਆਪਣਾ ਇਕੋਨਮਿਕ, ਠੀਕ ਹੈ। ਕਿਹਨੂੰ ਪ੍ਰਮੋਟ ਕਰਦੇ ਆ, ਇੱਥੇ ਲਿਖ ਸਕਦੇ ਹੋ ਟੂ ਪ੍ਰਮੋਟਸ ਕਿਹਨੂੰ ਕਰਦੇ ਆ, ਸੋਸ਼ਲ ਐਂਡ ਇਕੋਨਮਿਕ, ਠੀਕ ਹੈ। ਤਾਂ ਕਹਿਣ ਦਾ ਭਾਵ ਸਮਾਜਿਕ ਤੇ ਆਰਥਿਕਤਾ ਨਾਲ ਸੰਬੰਧਿਤ ਨੇ। ਜੇ ਆਪਾਂ ਗੱਲ ਕਰ ਲਈਏ ਵੀ ਇਹਨਾਂ ਦਾ ਜਿਹੜਾ ਏਰੀਆ ਇਹ ਕੀ ਆ, ਸਮਾਜਿਕ ਤੇ ਆਰਥਿਕ। ਨੈਕਸਟ ਆਪਾਂ ਗੱਲ ਕਰੀਏ ਵੀ ਜਿਹੜੇ
फंडामेंटल राइट ने, ਜਿਹੜੇ फंडामेंटल राइट ने ये सरकार ਵੱਲੋਂ ਇਹ ਨਹੀਂ ਹੈਗਾ ਵੀ ਤੁਹਾਨੂੰ ਨਹੀਂ ਦਿੱਤੇ ਜਾਣਗੇ। ਤਾਂ ਕਹਿਣ ਦਾ ਭਾਵ ਕਿ ਸਾਨੂੰ ਆਪਣੇ ਆਪ ਪ੍ਰਾਪਤ ਹੋ ਜਾਂਦੇ ਆ, ਸਾਨੂੰ ਆਪਣੇ ਆਪ, ਠੀਕ ਹੈ। ਤਾਂ ਆਪਾਂ ਇੱਥੇ ਲਿਖ ਸਕਦੇ ਹਾਂ ਆਪਣੇ ਆਪ ਪ੍ਰਾਪਤ ਹੋ ਜਾਂਦੇ ਆ, ਆਪਣੇ ਆਪ ਪ੍ਰਾਪਤ ਹੋ ਜਾਂਦੇ ਆ, ਪ੍ਰਾਪਤ ਹੋ ਜਾਂਦੇ ਆ। ਤੇ ਦੂਜੇ ਪਾਸੇ ਇਹ ਕੀ ਹੈ, ਇਹ ਸਰਕਾਰ ਦੁਆਰਾ ਦੇਣ ਤੇ ਮਿਲਦੇ ਆ ਜਾਂ ਰਾਜ ਦੀ ਪਾਲਿਸੀ ਆ, ਰਾਜ ਦੁਆਰਾ ਦੇਣ ਤੇ ਮਿਲਦੇ ਆ, ਠੀਕ ਹੈ, ਸਰਕਾਰ ਦੁਆਰਾ ਦੇਣ ਤੇ ਮਿਲਦੇ ਆ, ਠੀਕ ਹੈ। ਤਾਂ ਇਹ ਸੀ ਜਿਹੜਾ ਇਹਨਾਂ ਦੇ ਵਿੱਚ ਕੁਝ ਅੰਤਰ ਕਿ ਇਹਦੇ ਵਿੱਚ ਹੀ ਸਾਡੇ ਮੌਲਿਕ ਅਧਿਕਾਰਾਂ ਤੇ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਥੋੜ੍ਹਾ ਸਮਝਣ ਦੀ ਲੋੜ ਆ ਸਾਨੂੰ ਥੋੜ੍ਹੀ ਜੀ, ਠੀਕ ਹੈ। ਨੈਕਸਟ ਹੁਣ ਆਪਾਂ ਗੱਲ ਕਰ ਲਈ ਉਦੇਸ਼ ਕੀ ਸੀਗਾ, ਜਿਹੜੇ ਸਾਡੇ DPSP ਸੰਵਿਧਾਨ ਦੇ ਵਿੱਚ ਰੱਖੇ ਗਏ ਨੇ ਇਹਨਾਂ ਦਾ ਉਦੇਸ਼ ਕੀ ਸੀਗਾ, ਕੀ ਉਦੇਸ਼ ਸੀ, ਕੀ ਏਮ ਸੀ ਇਹਨਾਂ ਦਾ। ਤਾਂ ਏਮ ਦੇਖੋ ਕੀ ਸੀ ਇਹਨਾਂ ਦਾ, ਇੱਕ ਤਾਂ ਹੈਗਾ ਸੀਗਾ ਕਲਿਆਣਕਾਰੀ, ਠੀਕ ਆ, ਰਾਜ ਦੀ ਸਥਾਪਨਾ। ਉਦੇਸ਼ ਏਮ, ਉਦੇਸ਼ ਕੀ ਸੀ, ਏਮ ਆਪਣਾ ਇਹਨਾਂ ਦਾ, ਠੀਕ ਹੈ, ਲਿਖੋ ਜੀ ਉਦੇਸ਼। ਨੰਬਰ 1 ਤੇ ਆਪਾਂ ਗੱਲ ਕਰ ਸਕਦੇ ਹਾਂ ਵੀ ਕਲਿਆਣਕਾਰੀ ਰਾਜ ਦੀ ਵਿਵਸਥਾ ਲਈ, ਠੀਕ ਹੈ, ਕਲਿਆਣਕਾਰੀ ਰਾਜ ਲਈ, ਕਲਿਆਣਕਾਰੀ ਰਾਜ ਲਈ। ਕਲਿਆਣਕਾਰੀ ਕੀ ਹੁੰਦਾ ਜੀ, ਜਿਹੜਾ ਸਾਰਿਆਂ ਲਈ ਇੱਕ ਵਧੀਆ ਮਾਹੌਲ ਹੋਵੇ, ਠੀਕ ਆ, ਵਧੀਆ ਜਿੱਥੇ ਸੁਵਿਧਾਵਾਂ ਹੋਣ, ਕਲਿਆਣਕਾਰੀ ਰਾਜ। ਇੱਕ ਤਾਂ ਇਹਦਾ ਉਦੇਸ਼ ਇਹ ਹੈਗਾ ਸੀਗਾ। ਦੂਸਰਾ ਕੀ ਸੀਗਾ, ਜਿਹੜਾ ਸਾਡਾ ਸਮਾਜਿਕ ਤੇ ਆਰਥਿਕ ਲੋਕਤੰਤਰ ਲਈ ਜ਼ਰੂਰੀ, ਠੀਕ ਆ, ਆਰਥਿਕ ਤੇ ਆਪਣਾ ਕਹਿ ਦਈਏ ਸਮਾਜਿਕ, ਆਰਥਿਕ ਅਤੇ ਸਮਾਜਿਕ ਲੋਕਤੰਤਰ ਲਈ ਜ਼ਰੂਰੀ, ਲੋਕਤੰਤਰ ਲਈ ਜ਼ਰੂਰੀ, ਠੀਕ ਹੈ। ਇਹ ਹੈਗਾ ਸੀ ਇਹਨਾਂ ਦਾ ਜੀ ਉਦੇਸ਼। ਜੇ ਆਪਾਂ ਗੱਲ ਕਰ ਲਈਏ ਕਲਿਆਣਕਾਰੀ ਰਾਜ ਦੀ ਵਿਵਸਥਾ ਕਰਦਾ ਸੀ ਕਿ ਸਮਾਜਿਕ ਤੇ ਜਿਹੜਾ ਸਾਡਾ ਆਰਥਿਕ, ਠੀਕ ਹੈ, ਆਰਥਿਕ ਲੋਕਤੰਤਰ ਦੇ ਲਈ ਜ਼ਰੂਰੀ ਹੈ। ਜਿਹੜਾ ਆਪਾਂ ਗੱਲ ਕਰ ਲਈਏ ਸਾਡੇ ਰਾਜਨੀਤੀ ਨਿਰਦੇਸ਼ਕ ਸਿਧਾਂਤ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਟਾਈਪਸ ਕਿੰਨੀਆਂ ਹੁੰਦੀਆਂ ਨੇ। ਜੇ ਆਪਾਂ ਗੱਲ ਕਰ ਲਈਏ ਜਿਹੜੇ ਸਾਡੇ DPSP ਆ, ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆ, ਇਹਨਾਂ ਦੇ ਕਿੰਨੀਆਂ ਟਾਈਪਸ ਨੇ, ਕਿੰਨੇ ਤਰ੍ਹਾਂ ਦੇ ਹੁੰਦੇ ਆ ਇਹ, ਤਾਂ ਤਕਰੀਬਨ ਤੁਹਾਨੂੰ ਜ਼ਿਆਦਾਤਰ ਪਤਾ ਹੋਣਾ। ਇਹਦੀਆਂ ਟਾਈਪਸ ਦੀ ਗੱਲ ਕਰ ਲਈਏ ਆਪਾਂ, ਟਾਈਪਸ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜੀ, ਟਾਈਪਸ ਤਾਂ 3 ਟਾਈਪ ਦੇ ਹੁੰਦੇ ਆ ਇਹ। ਦੇਖੋ ਕਿਹੜੇ ਕਿਹੜੇ ਹੁੰਦੇ ਆ। ਨੰਬਰ 1 ਤੇ ਆਪਾਂ ਗੱਲ ਕਰ ਲਈਏ ਸੋਸ਼ਲਿਸਟ, ਠੀਕ ਹੈ, ਕਹਿਣ ਦਾ ਭਾਵ ਆਪਾਂ ਪੰਜਾਬੀ 'ਚ ਬੋਲਦੇ ਹਾਂ ਸਮਾਜਵਾਦੀ। ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਧਾਰਨਾ ਹੈਗੀ ਆ ਸਮਾਜਵਾਦੀ, ਸੋਸ਼ਲਿਜ਼ਮ। ਨੰਬਰ 2 ਤੇ ਆਪਾਂ ਗੱਲ ਕਰ ਲਈ ਹੁੰਦੇ ਨੇ ਗਾਂਧੀਅਨ, ਠੀਕ ਹੈ, ਗਾਂਧੀਅਨ ਤੋਂ ਭਾਵ ਕੀ ਆ, ਗਾਂਧੀਵਾਦੀ ਆਪਾਂ ਪੜ੍ਹਦੇ ਰਹੇ, ਠੀਕ ਹੈ, ਧਾਰਨਾਵਾਂ ਗਾਂਧੀਵਾਦੀ। ਨੰਬਰ 3 ਤੇ ਹੈਗਾ ਲਿਬਰਲ, ਜਿਹੜੇ ਆਪਾਂ ਬੋਲਦੇ ਹਾਂ ਉਦਾਰਵਾਦੀ, ਉਦਾਰਵਾਦੀ, ਠੀਕ ਹੈ। ਇਹ ਇਹਨਾਂ ਦੇ 3 ਟਾਈਪਸ ਨੇ ਮੇਨ। ਤਾਂ ਕਿਹੜੇ ਕਿਹੜੇ ਆ, ਸਮਾਜਵਾਦੀ, ਗਾਂਧੀਵਾਦੀ ਤੇ ਉਦਾਰਵਾਦੀ, ਠੀਕ ਹੈ। ਇਹ ਇਹਨਾਂ ਦੇ 3 ਟਾਈਪਸ ਨੇ, ਤੁਸੀਂ ਯਾਦ ਰੱਖ ਸਕਦੇ ਹੋ। ਕਿੰਨੀ ਤਰ੍ਹਾਂ ਦੇ ਹੁੰਦੇ ਆ ਜੀ, 3 ਤਰ੍ਹਾਂ ਦੇ, ਸੋਸ਼ਲਿਜ਼ਮ, ਗਾਂਧੀਅਨ ਤੇ ਲਿਬਰਲ। ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਆਰਟੀਕਲ ਆ, ਇਹਨਾਂ ਦੇ ਜਿਹੜੇ ਆਰਟੀਕਲ ਨੇ ਉਹਨਾਂ ਨੂੰ ਆਪਾਂ ਐਕਸਪਲੇਨ ਕਰਾਂਗੇ ਕਿਹੜੇ ਕਿਹੜੇ ਆਰਟੀਕਲ ਆ। ਕਈ ਵਾਰੀ ਪੇਪਰਾਂ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ 2 ਆਰਟੀਕਲ ਆ, 3 ਜਿਹੜੇ ਪੇਪਰਾਂ 'ਚ ਆਰਟੀਕਲ ਪੁੱਛੇ ਜਾਂਦੇ ਆ। ਜ਼ਿਆਦਾਤਰ ਇੰਪੋਰਟੈਂਟ 3 ਆਰਟੀਕਲ ਆ, ਬਟ ਆਪਾਂ ਕਿੱਥੇ ਕੀ ਕਰਾਂਗੇ, ਸਾਰਿਆਂ ਨੂੰ ਡਿਫਾਈਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਆਰਟੀਕਲ 36 ਦੇ ਵਿੱਚ ਕੀ ਕਿਹਾ ਗਿਆ, ਕਿਉਂਕਿ ਸਟਾਰਟਿੰਗ ਕਿੱਥੋਂ ਹੁੰਦੀ ਹੈ ਜੀ, 36 ਤੋਂ। 37 ਦੇ ਵਿੱਚ ਕੀ ਕਿਹਾ ਗਿਆ, 37 ਦੇਖੋ ਸਟਾਰਟਿੰਗ ਹੋ ਰਹੀ ਹੈ ਜੀ, ਕੀ ਹੋਊਗਾ, ਰਾਜ ਦੀ ਪਰਿਭਾਸ਼ਾ ਦਿੱਤੀ ਜਾਊ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ, ਰਾਜ ਦੀ ਪਰਿਭਾਸ਼ਾ, ਠੀਕ ਹੈ। ਦੇਖੋ 37 ਆਰਟੀਕਲ ਕੀ ਕਹਿੰਦਾ, ਰਾਜ ਦੀ ਪਰਿਭਾਸ਼ਾ ਦਿੰਦਾ ਗਾ। ਤੈਨੂੰ ਟ੍ਰਿਕ ਵੀ ਯਾਦ ਰੱਖ ਸਕਦੇ ਹੋ ਵੀ ਆਪਾਂ ਸਟਾਰਟਿੰਗ ਕਿੱਥੋਂ ਹੋਈ ਹੈ ਜੀ, 37 ਤੋਂ। ਤਾਂ 37 ਵਿੱਚ ਕੀ ਹੋਇਆ, ਰਾਜ ਦੀ ਪਰਿਭਾਸ਼ਾ। ਨੰਬਰ ਨੈਕਸਟ ਆਰਟੀਕਲ 37 ਜਿਹੜਾ ਹੈਗਾ 37 ਦੇ ਵਿੱਚ ਕੀ ਗੱਲ ਕੀਤੀ ਗਈ ਆ। 37 ਦੇ ਵਿੱਚ ਇਹ ਹੈਗਾ ਵੀ ਜਿਹੜੇ ਇਹ ਸਾਡੇ ਨਾ ਸੁਪਰੀਮ ਕੋਰਟ ਐਂਡ ਹਾਈ ਕੋਰਟ ਤੋਂ ਆਪਾਂ ਜਾ ਕੇ ਇਹਨਾਂ ਲਈ ਨਿਆਂ ਨਹੀਂ ਕਰ ਸਕਦੇ, ਠੀਕ ਹੈ ਨਾ, ਨਿਆਂ ਮੰਗ ਨਹੀਂ ਸਕਦੇ। ਕਹਿਣ ਦਾ ਭਾਵ ਇਹ ਨਿਆਂ ਸੰਗਤ ਨਹੀਂ ਹੈਗੇ, ਕਹਿਣ ਦਾ ਭਾਵ, ਠੀਕ ਹੈ। ਤਾਂ ਦੇਖੋ ਨਿਆਂ ਸੰਗਤ ਨਹੀਂ ਹਨ ਇਹ, ਕਹਿਣ ਦਾ ਭਾਵ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਨਾਟ ਜਸਟੇਬਲ, ਠੀਕ ਹੈ। ਇਹ ਕਿਹੜਾ ਆਰਟੀਕਲ ਕਹਿੰਦਾ ਗਾ, ਇਹ ਕਹਿੰਦਾ ਗਾ 37 ਨਿਆਂ ਸੰਗਤ ਨਹੀਂ ਹਨ। ਤਾਂ ਇਹ ਆਪਣਾ ਆਰਟੀਕਲ ਆ ਗਿਆ 37 ਦੇ ਵਿੱਚ ਜੀ। ਤਾਂ ਅਗਲਾ ਜਿਹੜਾ ਆਰਟੀਕਲ ਹੈਗਾ 38 ਦੇ ਵਿੱਚ ਕੀ ਗੱਲ ਕੀਤੀ ਗਈ ਹੈ। 38 ਦੇ ਵਿੱਚ ਦੇਖੋ, 38 ਦੇ ਵਿੱਚ ਗੱਲ ਕੀਤੀ ਗਈ ਆ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ, ਠੀਕ ਹੈ। ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ, ਠੀਕ ਹੈ, ਨਿਆਂ ਦੀ ਗੱਲ ਕਰਦੇ ਆ, ਤਾਂ ਦੱਸ ਸਕਦੇ ਹਾਂ ਜੀ ਕਿੱਥੇ ਆਪਾਂ ਪੜ੍ਹਿਆ ਇਹ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ। ਕਹਿੰਦਾ ਵਾ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ
ਜਿਹੜਾ ਸਾਡਾ ਜਸਟਿਸ, ਇਹ ਆਪਾਂ ਪੜ੍ਹਿਆ ਸੀ ਪ੍ਰੈਂਬਲ ਦੇ ਵਿੱਚ। ਤਾਂ ਇਹ ਨਿਆਂ ਦੀ ਗੱਲ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਆ? 38 ਦੇ ਵਿੱਚ ਜੀ। ਤਾਂ ਦੇਖੋ ਜੀ 37 ਦੇ ਵਿੱਚ ਰਾਜ ਦੀ ਪਰਿਭਾਸ਼ਾ, 37 ਦੇ ਵਿੱਚ ਕਿਹਾ ਗਿਆ ਵੀ ਰਾਜ ਤੋਂ ਆਪਾਂ ਨਿਆਂ ਨਹੀਂ ਮੰਗ ਸਕਦੇ ਇਹਨਾਂ ਦੇ ਪ੍ਰਤੀ, ਤੇ 38 ਦੇ ਵਿੱਚ ਕੀ ਆ? ਸਮਾਜਿਕ, ਆਰਥਿਕ ਤੇ ਰਾਜਨੀਤਿਕ ਦੀ ਜਿਹੜੀ ਪਰਿਭਾਸ਼ਾ ਦੀ ਗੱਲ ਕੀਤੀ ਗਈ ਆ, ਆਪਣੀ ਸੌਰੀ ਨਿਆਂ ਦੀ ਗੱਲ ਕੀਤੀ ਗਈ ਆ। ਅੱਗੇ ਆਪਾਂ ਗੱਲ ਕਰਦੇ ਹਾਂ ਆਰਟੀਕਲ 39 39 ਦੇ ਵਿੱਚ ਕੀ ਹੈ ਜੀ? 39 ਆਰਟੀਕਲ ਦੇ ਵਿੱਚ ਕੀ ਗੱਲ ਕੀਤੀ ਗਈ ਹੈ? ਦੇਖੋ ਜੀ 39 ਦੇ ਵਿੱਚ ਕੀ ਹੈਗਾ? ਇਕੁਅਲ ਪੇ ਫਾਰ ਮੈਨ ਐਂਡ ਵੂਮੈਨ। ਤਾਂ ਦੇਖੋ ਵੀ ਸਾਰਿਆਂ ਲਈ ਬਰਾਬਰ, ਜੇ ਆਪਾਂ ਗੱਲ ਕਰ ਲਈਏ ਕਿੱਤੇ ਦੀ, ਵੀ ਔਰਤ ਲਈ ਵੀ ਉਹੀ ਕਿੱਤਾ ਤੇ ਮਰਦ ਲਈ ਵੀ ਉਹੀ ਕਿੱਤਾ, ਤਾਂ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਇਕੁਅਲ ਹੋਣੀ ਚਾਹੀਦੀ ਆ, ਜਾਂ ਸਮਾਨ ਕੰਮ ਆ ਜਿਹੜਾ, ਜਾਂ ਆਪਾਂ ਗੱਲ ਕਰ ਲਈਏ ਵੀ ਜਿਹੜਾ ਸਮਾਨ ਆਪਣਾ ਜਿਹੜਾ ਵਰਕ ਆ ਉਹਦੇ ਲਈ ਇੱਕ ਪੇ ਸਕੇਲ ਹੋਣਾ ਚਾਹੀਦਾ। ਇਹ ਕਿਹੜੇ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਆ? ਆਰਟੀਕਲ 39 ਦੇ ਵਿੱਚ ਜੀ। ਇਹਨੂੰ ਵੀ ਤੁਸੀਂ ਚੌਕੇ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਆਰਟੀਕਲ 39। ਇੱਕ ਹੈਗਾ ਆਪਣਾ 39 ਆਪਾਂ ਕਹਿ ਦਈਏ ਇੱਕ ਅੰਡਰ ਆ ਕੇ ਵੀ ਸਮਾਨ ਅਵਸਰ, ਇਹਦੇ ਵਿੱਚ ਕੀ ਗੱਲ ਕੀਤੀ ਗਈ ਆ? ਜਿਹੜਾ ਸਮਾਨ ਅਵਸਰ ਤੇ ਸਮਾਨ ਨਿਆਂ ਮੌਕਾ, ਸਮਾਨ ਅਵਸਰ ਤੇ ਸਮਾਨ ਨਿਆਂ, ਠੀਕ ਹੈ, ਸਮਾਨ ਅਵਸਰ ਤੇ ਸਮਾਨ ਨਿਆਂ ਦੀ ਗੱਲ ਕੀਤੀ ਗਈ ਆ। ਇਹ ਆਪਾਂ ਜੋੜਿਆ ਗਿਆ ਕਿਉਂਕਿ ਜਿਹੜਾ ਤੁਹਾਨੂੰ ਪਤਾ ਵੀ ਬਾਅਦ ਦੇ ਵਿੱਚ ਇਹ ਜੋੜੇ ਗਏ ਨੇ ABC ਲਾ ਕੇ ਜਾਂ 1 2 3 ਲਾ ਕੇ। ਤਾਂ ਇਹ ਕਿਹੜੀ ਸੋਧ ਰਾਹੀਂ ਐਡ ਕੀਤਾ ਗਿਆ? ਜਿਹੜੀ ਆਪਾਂ ਪੜ੍ਹ ਰਹੇ ਹਾਂ 42nd ਅਮੈਂਡਮੈਂਟ 1976 ਦੇ ਰਾਹੀਂ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਆਪਣਾ ਜਿਹੜਾ ਆਰਟੀਕਲ ਹੈਗਾ 39, ਆਪਾਂ ਇਹ ਵੀ ਕਹਿ ਸਕਦੇ ਹਾਂ ਜਾਂ ਇੱਕ ਕਹਿ ਸਕਦੇ ਹਾਂ। ਤਾਂ ਯਾਦ ਰੱਖੋ 39 ਦੇ ਵਿੱਚ ਕੀ ਕਿਹਾ ਗਿਆ? ਜਿਹੜਾ ਵੀ ਜਿਹੜੇ ਸਾਰਿਆਂ ਦੀ ਸੈਲਰੀ ਦੀ ਬਰਾਬਰੀ ਗੱਲ ਕਰਦਾ। ਇੱਥੇ ਕੀ ਸਮਾਨ ਅਵਸਰ ਤੇ ਸਮਾਨ ਨਿਆਂ ਮਿਲਣਾ ਚਾਹੀਦਾ ਸਾਰਿਆਂ ਨੂੰ, ਠੀਕ ਹੈ। ਇਹ ਆਪਾਂ ਬਾਅਦ ਦੇ ਵਿੱਚ ਜੋੜਿਆ ਗਿਆ ਕਹਿਣ ਦਾ ਭਾਵ। ਤਾਂ ਉਸ ਤੋਂ ਅੱਗੇ ਦੇਖੋ ਜੀ ਆਪਾਂ ਨੈਕਸਟ ਗੱਲ ਕਰ ਰਹੇ ਹਾਂ ਆਰਟੀਕਲ 40 ਦੇ ਵਿੱਚ ਕੀ ਆ ਰਿਹਾ? 40 ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਕੀ ਆ, ਕਿਉਂਕਿ 40 ਕਾਫੀ ਜ਼ਿਆਦਾ ਇੰਪੋਰਟੈਂਟ ਆ। 40 ਦੇ ਵਿੱਚ ਕੀ ਆ? ਸਾਡਾ ਪੇਂਡੂ ਪੰਚਾਇਤੀ ਗਠਨ ਦੀ ਜਿਹੜੀ ਗੱਲ ਕੀਤੀ ਗਈ ਸੀ, ਠੀਕ ਹੈ। ਕਈ ਵਾਰੀ ਪੁੱਛਿਆ ਵੀ ਜਾਂਦਾ ਪੇਪਰ ਦੇ ਵਿੱਚ ਵੀ ਜਿਹੜੀ ਪੰਚਾਇਤੀ ਵਿਵਸਥਾ ਦੀ ਜਿਹੜੀ ਗੱਲ ਆ ਆਪਾਂ ਕਿੱਥੇ ਕੀਤੀ ਆ? ਪਹਿਲਾਂ ਤਾਂ ਰਾਜਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕੀਤੀ ਸੀ, ਠੀਕ ਹੈ। ਤਾਂ ਆਰਟੀਕਲ 40 ਕੀ ਆ? ਪੰਚਾਇਤਾਂ ਦਾ ਗਠਨ। ਬੇਸ਼ੱਕ ਸੰਵਿਧਾਨ ਦਾ ਪਾਰਟ ਆ ਜਿਹੜਾ 9 ਉਹ ਪੰਚਾਇਤ ਨਾਲ ਸੰਬੰਧਿਤ, ਆਪਾਂ ਪੜਾਂਗੇ ਉੱਥੇ ਪੰਚਾਇਤਾਂ ਦਾ ਗਠਨ, ਕਿਉਂਕਿ ਜਿਹੜਾ ਪੰਚਾਇਤੀ ਰਾਜ ਐਕਟ ਬਣਿਆ ਸੀ 1993 ਦੇ ਵਿੱਚ ਲਾਗੂ ਹੋਇਆ ਸੀ, ਜਿਹੜਾ 24 ਅਪ੍ਰੈਲ 1993 ਨੂੰ। ਤਾਂ ਉੱਥੇ ਆਪਾਂ ਪੜਾਂਗੇ 73ਵੀਂ ਸੋਧ ਦੇ ਨਾਲ ਸੰਬੰਧਿਤ ਸੀ, ਬਹੁਤ ਵਾਰੀ ਪੇਪਰ 'ਚ ਪੁੱਟ ਕੀਤੀ ਗਈ ਆ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਸਾਡੇ DPSP ਆ, ਇਹਦੇ ਵਿੱਚ ਵੀ ਆਰਟੀਕਲ 40 ਦੇ ਵਿੱਚ ਤੁਸੀਂ ਯਾਦ ਰੱਖੋ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਹੋਈਆਂ ਨੇ ਉਹ ਆਰਟੀਕਲ 40 ਦੇ ਥਰੂ ਬਣੀਆਂ ਹੋਈਆਂ ਨੇ। ਤਾਂ ਜੇ ਆਪਾਂ ਇਸ ਤਰੀਕੇ ਨਾਲ ਯਾਦ ਕਰਾਂਗੇ ਤਾਂ ਸੌਖੇ ਤਰੀਕੇ ਨਾਲ ਜਿਹੜਾ ਤੁਹਾਡੇ ਯਾਦ ਇਹ ਹੋਵੇਗਾ, ਕੋਈ ਵਾਲਾ ਔਖਾ ਨਹੀਂ ਹੁੰਦਾ। ਬਸ ਇੱਕ ਥੋੜ੍ਹਾ ਟ੍ਰਿਕੀ ਇਹਨੂੰ ਯਾਦ ਕਰੋ ਵੀ ਆਪਾਂ ਯਾਦ ਕਿਵੇਂ ਰੱਖਣਾ, ਠੀਕ ਹੈ, ਕਿਸ ਤਰੀਕੇ ਨਾਲ ਯਾਦ ਰੱਖਣਾ। ਤਾਂ ਇਹ ਹੈਗਾ ਸੀ ਆਰਟੀਕਲ 40। ਆਰਟੀਕਲ 41 ਜਿਹੜਾ ਪੇਪਰ ਵਿੱਚ ਕਾਫੀ ਪੁੱਟ ਕੀਤਾ ਜਾਂਦਾ, ਜਿਹੜਾ ਸਾਡੇ ਕੰਮ ਨਾਲ ਸੰਬੰਧਿਤ ਹੈਗਾ, ਠੀਕ ਆ। 41 ਕੀ ਆ? ਜਿਹੜਾ ਸਾਡੇ ਕੰਮ ਸੰਬੰਧੀ ਆ, ਠੀਕ ਆ, ਕੰਮ ਨਾਲ ਸੰਬੰਧਿਤ ਆ, ਕੰਮ ਸੰਬੰਧੀ, ਠੀਕ ਹੈ, ਗੱਲ ਕੀਤੀ ਗਈ ਆ, ਠੀਕ ਹੈ। ਆਰਟੀਕਲ 41 ਦੇ ਵਿੱਚ ਕੀ ਸਾਡਾ ਕਾਫੀ ਵਾਰੀ ਪੁੱਛਿਆ ਗਿਆ ਵੀ ਕਾਰਖਾਨੇ ਨਾਲ ਸੰਬੰਧਿਤ ਜਾਂ ਆਪਣਾ ਕੰਮ ਨਾਲ ਸੰਬੰਧਿਤ ਕਿਹੜਾ ਵਰਕ ਨਾਲ। ਤਾਂ ਇੱਕ ਤਾਂ ਇਹਦੇ ਵਿੱਚ ਗੱਲ ਕੀਤੀ ਗਿਆ ਵੀ ਜਿਹੜਾ ਕੰਮ ਹੋਣਾ ਚਾਹੀਦਾ ਉਹ ਇੰਟਰਸਟ ਦੇ ਮੁਤਾਬਕ ਹੋਣਾ ਚਾਹੀਦਾ। ਵੀ ਮੰਨ ਲਓ ਜਿਸ ਵਿਅਕਤੀ ਦੀ ਯੋਗਤਾ ਜਿਹੜੀ ਹੈਗੀ ਆ, ਮੰਨ ਲਓ ਕੋਈ 10ਵੀਂ ਪਾਸ ਆ ਤਾਂ ਉਹਨੂੰ 10ਵੀਂ ਦੇ ਉਸ ਦੇ ਅਕੋਰਡਿੰਗ ਨੌਕਰੀ, ਕਹਿੰਦਾ ਉਹ ਸਨਮਾਨਜਨਕ ਕੰਮ। ਇਹ ਨਹੀਂ ਹੈਗਾ ਤੁਸੀਂ MTech ਵਾਲੇ ਨੂੰ ਚੌਂਕੀਦਾਰ ਲਾ ਦਿਓ, ਕਿਉਂਕਿ ਅਕਸਰ ਹੁੰਦਾ ਗਾ ਅਸੀਂ ਪਿੱਛੇ ਦੇਖਦੇ ਹਾਂ ਵੀ ਚੌਂਕੀਦਾਰ ਲਈ ਪੋਸਟਾਂ ਆਈਆਂ ਨੇ, ਠੀਕ ਆ, ਉੱਥੇ ਜਾਂ ਚੌਂਕੀਦਾਰ ਵਾਲੀ ਪੋਸਟ ਆਈਆਂ ਨੇ, PhD ਵਾਲੇ ਜਿਹੜੇ ਉਹਨੂੰ ਫਿਲ ਕਰ ਰਹੇ ਆ, ਉਹ ਸਨਮਾਨਜਨਕ ਕੰਮ ਨਹੀਂ ਹੈਗਾ। ਕਹਿਣ ਦਾ ਭਾਵ ਕਿਆ? ਐਜੂਕੇਸ਼ਨ ਦੇ ਅਕੋਰਡਿੰਗ ਜਿਹੜਾ ਸਾਨੂੰ ਰੁਜ਼ਗਾਰ ਮੁਹੱਈਆ ਜਿਹੜਾ ਉਹ ਕਰਵਾਇਆ ਜਾਵੇ, ਠੀਕ ਹੈ। ਤਾਂ ਆਰਟੀਕਲ 42 ਦੇ ਵਿੱਚ ਇਹੀ ਗੱਲ ਕੀਤੀ ਗਈ ਆ ਵੀ ਜਿਹੜੀ ਕੰਮ ਦੀ ਜਿਹੜੀ ਉਹ ਉਸ 'ਤੇ ਜਿਹੜਾ ਦਸ਼ਾ, ਠੀਕ ਹੈ, ਉਹ ਸਹੀ ਹੋਣੀ ਚਾਹੀਦੀ ਆ ਤੇ ਦਰੁਸਤ ਹੋਣੀ ਚਾਹੀਦੀ ਆ, ਠੀਕ ਹੈ। ਆਰਟੀਕਲ 42 ਦੇ ਵਿੱਚ ਇਹੀ ਗੱਲ ਕੀਤੀ ਗਈ ਆ, ਠੀਕ ਹੈ। ਜਿਹੜਾ ਦਸ਼ਾ, ਠੀਕ ਹੈ, ਕੰਮ ਦੀ ਦਸ਼ਾ, ਜਿਹੜੀ ਦਸ਼ਾ ਸਹੀ ਹੋਵੇ ਤੇ ਸਨਮਾਨਜਨਕ ਹੋਵੇ, ਇਹ ਆਰਟੀਕਲ 'ਚ ਗੱਲ ਕੀਤੀ ਗਈ ਆਪਣੇ 42 ਦੇ ਵਿੱਚ, ਠੀਕ ਆ। ਇਹ ਤੁਸੀਂ ਗੱਲ ਇੱਥੇ ਯਾਦ ਰੱਖ ਸਕਦੇ ਹੋ, ਆਰਟੀਕਲ ਜਿਹੜਾ 42 ਆ ਜੀ। ਅੱਗੇ ਆਪਾਂ ਜਿਹੜੀ ਗੱਲ ਕਰਦੇ ਹਾਂ ਆਰਟੀਕਲ 43। ਆਰਟੀਕਲ ਜਿਹੜਾ 43 ਦੇ ਵਿੱਚ ਕੀ ਆਏਗਾ ਜੀ? 43 ਆਰਟੀਕਲ, ਠੀਕ ਹੈ। ਤਾਂ ਆਰਟੀਕਲ 43 ਦੇ ਵਿੱਚ ਕੀ ਹੋ ਗਿਆ ਵੀ ਜਿਹੜਾ ਰੁਜ਼ਗਾਰ ਆ ਉਹ ਨਿਰਵਾਹ ਦੇ ਯੋਗ ਹੋਵੇ,
43 ਆਰਟੀਕਲ ਦੇ ਵਿੱਚ ਕੀ ਗੱਲ ਕੀਤੀ ਆ, ਜਿਹੜਾ ਸਾਡਾ ਰੁਜ਼ਗਾਰ ਆ, ਰੁਜ਼ਗਾਰ ਨਿਰਵਾਹ ਯੋਗ ਹੋਵੇ, ਵੀ ਸਾਡੇ ਜੀਵਨ ਤੇ ਜਿਉਣ ਦੇ, ਠੀਕ ਹੈ, ਜਿੰਨਾ ਕਾ ਉਹਦੇ ਯੋਗ ਹੋਵੇ, ਨਿਰਵਾਹ ਲਈ ਦੇ ਯੋਗ ਹੋਵੇ, ਦੇ ਯੋਗ ਹੋਵੇ, ਠੀਕ ਹੈ। ਇੱਕ ਤਾਂ ਹੋਰ ਵੀ ਇੱਥੇ ਵੀ ਆਪਣਾ ਜਿਹੜਾ ਆਪਣਾ ਫੈਕਟਰੀਆਂ ਜਿਹੜੇ ਸਾਡੇ ਲਘੂ ਉਦਯੋਗ ਨੇ, ਠੀਕ ਆ, ਉਹਨਾਂ ਨੂੰ ਵਧਾਵਾ ਦੇਣਾ, ਠੀਕ ਆ, ਇਹ ਵੀ ਇਹਦੇ ਗੱਲ ਅੰਡਰ ਆ ਸਕਦੀ ਆ ਇਹਦੇ ਵਿੱਚ। ਤਾਂ ਇੱਥੇ ਕੀ ਆ, ਰੁਜ਼ਗਾਰ ਜਿਹੜਾ ਨਿਰਵਾਹ ਦੇ ਲਈ ਯੋਗ ਹੋਵੇ, ਠੀਕ ਆ, ਤੇ ਕਹਿੰਦਾ ਭਾਵ ਉਸ ਦਾ ਜਿਹੜਾ ਜੀਵਨ ਆ ਚੰਗੇ ਤਰੀਕੇ ਨਾਲ ਚੱਲ ਸਕੇ। ਅਗਲਾ ਜਿਹੜਾ ਆਰਟੀਕਲ ਹੈਗਾ 44 ਦੇਖੋ, ਇਹ ਬੜਾ ਪੇਪਰ 'ਚ ਪੁੱਟ ਕੀਤਾ ਜਾਂਦਾ, ਇੰਪੋਰਟੈਂਟ ਆ, ਇਹਨੂੰ ਸਟਾਰ ਲਾ ਕੇ ਲਿਖਿਓ 44। ਇਹ ਹੈਗਾ ਸਮਾਨ ਨਾਗਰਿਕਤਾ ਸਹਾਇਤਾ, ਠੀਕ ਹੈ, ਸਮਾਨ, ਠੀਕ ਹੈ, ਸਾਰਿਆਂ ਲਈ ਸਮਾਨ, ਸਮਾਨ ਨਾਗਰਿਕ ਸਹਾਇਤਾ, ਨਾਗਰਿਕ ਸਹਾਇਤਾ, ਸਾਰਿਆਂ ਲਈ ਸਮਾਨਤਾ, ਕਿਸੇ ਵੀ ਧਰਮ ਕਿਸੇ ਵੀ ਜਾਤ ਦੇ ਆਧਾਰ 'ਤੇ ਕਹਿੰਦਾ ਕੋਈ ਆ, ਇਹਨੂੰ ਇਸ ਤਰੀਕੇ ਨਾਲ ਲਿਖਾਂਗੇ। ਯਾਦ ਕਿਵੇਂ ਰੱਖਣਾ, ਦੇਖੋ ਜੀ 4 ਆ, ਦੋ ਸਮਾਨ ਨੇ, 4 ਦੋ ਨੇ ਸਮਾਨ, ਤਾਂ ਪੇਪਰ 'ਚ ਕਾਫੀ ਪੁੱਟ ਕੀਤਾ ਜਾਂਦਾ। ਦੱਸੋ ਮੈਂ ਤੁਹਾਨੂੰ ਕਿਹੜੇ ਪੇਪਰ ਲਈ ਜ਼ਿਆਦਾ ਆ ਰਹੇ ਨੇ, ਤਾਂ ਇਹਨੂੰ ਇੰਗਲਿਸ਼ 'ਚ ਬੋਲਦਾ ਯੂਨੀਫਾਰਮ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ, ਠੀਕ ਹੈ। ਤੁਸੀਂ ਇੰਗਲਿਸ਼ ਯਾਦ ਰੱਖਣਾ ਤਾਂ ਜ਼ਿਆਦਾ ਵਧੀਆ, ਕਈ ਵਾਰੀ ਐਗਜ਼ਾਮੀਨਰ ਆਈ ਜਾ ਕੇ ਪਾਉਂਦਾ ਯੂਨੀਫਾਰਮ ਸਿਵਲ ਕੋਡ, ਤਾਂ ਤੁਸੀਂ ਉੱਥੇ ਉਲਝ ਜਾਓਗੇ। ਸਮਾਨ ਨਾਗਰਿਕ ਸਹਾਇਤਾ ਨਾ ਯਾਦ ਰੱਖੋ, ਤੁਸੀਂ ਯਾਦ ਰੱਖਣਾ ਯੂਨੀਫਾਰਮ ਸਿਵਲ ਕੋਡ, ਤਾਂ ਸੌਖੇ ਤਰੀਕੇ ਨਾਲ ਯਾਦ ਰਹਿ ਜਾਊਗਾ। ਯੂਨੀਫਾਰਮ ਤੋਂ ਇੱਕ ਟ੍ਰਿਕ ਵੀ ਯਾਦ ਰੱਖ ਸਕਦੇ ਹੋ, ਯੂਨੀਫਾਰਮ ਤੋਂ ਯਾਦ ਰੱਖ ਲਓ ਆਪਣਾ ਜਿਹੜੀ ਯੂਨੀਫਾਰਮ ਹੁੰਦੀ ਆ, ਜਿਵੇਂ ਸਕੂਲਾਂ ਲਈ ਸਾਰਿਆਂ ਲਈ ਸੇਮ ਹੁੰਦੀ ਆ, ਪੁਲਿਸ ਵਾਲਿਆਂ ਦੀ ਸੇਮ ਹੁੰਦੀ ਆ, ਤਾਂ ਇਸ ਕਰਕੇ 4 ਕੀ ਇੱਥੇ ਸੇਮ, ਤਾਂ ਇਸ ਤਰੀਕੇ ਨਾਲ ਇਹਨੂੰ ਯਾਦ ਰੱਖ ਸਕਦੇ ਹੋ। ਅਗਲਾ ਆਰਟੀਕਲ ਹੈਗਾ ਤੁਹਾਡਾ ਜਿਹੜਾ 45, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਿਹੜਾ SC ST ਆ ਉਹਦੇ ਲਈ ਐਜੂਕੇਸ਼ਨ ਦੇ ਵਿੱਚ ਜਿਹੜਾ ਰਾਖਵਾਂ ਕਰਨਾ, ਉਹਦੀ ਗੱਲ ਕੀਤੀ ਗਈ ਆ, ਠੀਕ ਹੈ। ਤਾਂ ਆਰਟੀਕਲ ਸੌਰੀ ਆਪਣਾ ਫਿਰ 45 ਪੜ੍ਹ ਰਹੇ ਹਾਂ ਆਪਾਂ, ਇਹਦੇ ਵਿੱਚ ਹੈਗਾ 0 ਤੋਂ ਲੈ ਕੇ 6 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਇਹਦੇ ਵਿੱਚ। ਇਹਦੇ ਵਿੱਚ ਕੀ ਆ, ਜਿਹੜੇ ਸਾਡੇ 0 ਤੋਂ ਲੈ ਕੇ 6 ਸਾਲ ਉਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਜਿਹੜਾ 21A ਉਹਦੇ ਵਿੱਚ ਕੀ ਆ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਜਿਹੜੇ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ, ਉਹ ਹੈਗਾ ਸਾਡਾ 86ਵੀਂ ਸੋਧਣਾ ਹੀ ਐਡ ਹੋਇਆ ਸੀਗਾ 2002 ਦੇ ਵਿੱਚ। ਬਟ ਇਹਦੇ ਵਿੱਚ 45 ਆਰਟੀਕਲ ਵੀ ਸਾਡਾ ਐਜੂਕੇਸ਼ਨ ਨਾਲ ਸੰਬੰਧਿਤ ਆ। ਮੈਂ ਦੱਸੂ ਤੁਹਾਨੂੰ ਕੁਐਸਚਨ ਕਿੱਦਾਂ ਬਣਦਾ। ਤਾਂ ਇਹਦੇ ਵਿੱਚ ਕੀ ਆ, 0 ਤੋਂ ਲੈ ਕੇ 6 ਸਾਲ ਤੱਕ ਬੱਚਿਆਂ ਲਈ, 6 ਸਾਲ ਦੇ ਬੱਚਿਆਂ ਲਈ ਫ੍ਰੀ ਐਜੂਕੇਸ਼ਨ, ਲਾਜ਼ਮੀ ਤੇ ਮੁਫਤ ਸਿੱਖਿਆ ਲਿਖ ਸਕਦੇ ਹੋ ਇੱਥੇ, ਲਾਜ਼ਮੀ ਤੇ ਮੁਫਤ ਸਿੱਖਿਆ, ਠੀਕ ਹੈ, ਇਹ ਯਾਦ ਰੱਖ ਸਕਦੇ ਹੋ ਇੱਥੇ। 0 ਤੋਂ ਲੈ ਕੇ 6 ਯਾਦ ਰੱਖਣਾ, ਬਟ ਇੱਥੇ ਹੈਗਾ 0 ਤੋਂ ਲੈ ਕੇ 6 ਸਾਲ ਤੱਕ। 45 ਆਰਟੀਕਲ ਦੇ ਵਿੱਚ ਵੀ ਗੱਲ ਕੀਤੀ ਗਈ ਹੈ ਇਹ। ਅੱਗੇ ਆਪਾਂ ਆਰਟੀਕਲ ਕਰਦੇ ਹਾਂ 46 ਇਹਦੇ ਵਿੱਚ ਕੀ ਕੀਤਾ ਗਿਆ, SC ਜਿਹੜੇ ਸਾਡੇ ਸ਼ਡਿਊਲ ਕਾਸਟ ਨੇ ਐਂਡ ST ਜਾਂ ਇਸ ਤੋਂ ਇਲਾਵਾ ਵੀ ਜੋ ਵੀ ਹੈ, ਠੀਕ ਹੈ, ਉਹਨਾਂ ਲਈ ਐਜੂਕੇਸ਼ਨ ਦੇ ਵਿੱਚ, ਉਹਨਾਂ ਲਈ ਸਿੱਖਿਆ ਵਿੱਚ ਵਿਸ਼ੇਸ਼ ਸਹੂਲਤਾਂ, ਠੀਕ ਹੈ। ਇਹ ਆਰਟੀਕਲ ਤੁਹਾਡਾ ਹੈਗਾ 46। ਯਾਦ ਰੱਖ ਸਕਦੇ ਹੋ, ਰਿਲੇਟ ਕਰ ਲਓ SC ST, ਠੀਕ ਹੈ, ਕੋਈ SC ਨਾਲ ਸੰਬੰਧਿਤ ਹੁੰਦਾ, ਕੋਈ ST ਨਾਲ ਹੁੰਦਾ, ਕੋਈ ਜਨਰਲ ਨਾਲ ਹੁੰਦਾ। ਯਾਦ ਰੱਖੋ ਯਾਰ, ਜਿਹੜਾ SC ਤੇ ST ਨੂੰ ਐਜੂਕੇਸ਼ਨ ਦੇ ਵਿੱਚ ਕੁਝ ਰਾਖਵਾਂਕਰਨ ਦਿੱਤਾ ਗਿਆ, ਕੁਝ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ, ਉਹ ਕਿਹੜਾ ਆਰਟੀਕਲ ਆ 46। ਤਾਂ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਜੇਕਰ ਤੁਸੀਂ ਸੋਚ ਕੇ ਚੱਲੋਗੇ, ਆਪਣੇ ਤੇ ਲਾ ਕੇ ਚੱਲੋਗੇ, ਬਟ ਜੇ ਤੁਸੀਂ ਪੇਪਰ ਦੇ ਪੱਖੋਂ ਪੜ੍ਹ ਰਹੇ ਹੋ ਤਾਂ ਭੁੱਲ ਜਾਓਗੇ, ਠੀਕ ਹੈ। ਨੈਕਸਟ ਆਪਾਂ ਆਰਟੀਕਲ ਕਰਦੇ ਹਾਂ 47 47 ਆਰਟੀਕਲ ਦੇ ਅੰਡਰ ਕੀ ਆ ਰਿਹਾ ਜੀ, ਦੇਖੋ 47 ਦੇ ਵਿੱਚ ਕੀ ਆ ਰਿਹਾ। 47 ਦੇ ਵਿੱਚ ਹੈਗਾ ਜਿਹੜੇ ਸਾਡੇ ਲਿਕਰ ਸ਼ਾਪਸ ਹੁੰਦੀਆਂ ਨੇ, ਸ਼ਰਾਬ ਦੀਆਂ ਫੈਕਟਰੀਆਂ, ਠੀਕ ਆ, ਇੰਟੌਕਸੀਕੇਟਿੰਗ ਦਾ ਲਿਕਰ ਸ਼ਾਪਸ, ਸ਼ਰਾਬ ਦੀਆਂ ਫੈਕਟਰੀਆਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਆ, ਵੀ ਸਰਕਾਰ ਜਿਹੜੀ ਹੈਗੀ ਆ ਉਸ ਜਿਹੜੀਆਂ ਸਾਡੇ ਨਸ਼ੀਲੇ ਪਦਾਰਥ ਨੇ ਉਹਨਾਂ ਨੂੰ ਬੰਦ ਕਰ ਦੇ। ਬੇਸ਼ੱਕ ਕੁਝ ਸਟੇਟਾਂ ਦੇ ਵਿੱਚ ਕੀਤਾ ਵੀ ਗਿਆ, ਠੀਕ ਹੈ, ਜਿੱਥੇ ਸ਼ਰਾਬ ਤੇ ਰੋਕ ਆ, ਕਹਿਣ ਦਾ ਭਾਵ, ਜਾਂ ਕੁਝ ਨਸ਼ੀਲੇ ਪਦਾਰਥਾਂ ਤੇ ਰੋਕ ਲਾਈ ਹੋਈ ਆ, ਪਰ ਆਪਣੇ ਨਹੀਂ ਹੈਗੀ। ਆਪਣੇ ਤੇ ਦੇਖ ਲਓ ਕਰੋਨਾ ਦੇ ਵਿੱਚ ਬਾਕੀ ਸਾਰੇ ਕੰਮ ਬੰਦ ਸੀ, ਪਰ ਠੇਕੇ ਜਿਹੜੇ ਉਹ ਓਪਨ ਸੀ, ਕਹਿਣ ਦਾ ਭਾਵ, ਠੀਕ ਹੈ। ਤਾਂ ਆਪਾਂ ਆਰਟੀਕਲ 47 ਦੇ ਵਿੱਚ ਦੇਖਦੇ ਹਾਂ, ਸ਼ਰਾਬ ਦੀਆਂ ਫੈਕਟਰੀਆਂ ਨੂੰ ਬੰਦ ਕਰਨਾ, ਸ਼ਰਾਬ ਦੀਆਂ ਫੈਕਟਰੀਆਂ ਤੇ ਰੋਕ, ਸ਼ਰਾਬ ਦੀਆਂ ਫੈਕਟਰੀਆਂ ਤੇ ਰੋਕ, ਲਿਕਰ ਸ਼ਾਪਸ ਨੇ ਜਿਹੜੀਆਂ ਸਾਡੀਆਂ, ਠੀਕ ਆ, ਉਹਨਾਂ ਤੇ ਰੋਕ। ਤਾਂ ਇਹਨੂੰ ਕਿਵੇਂ ਯਾਦ ਰੱਖੋਗੇ 47 ਸ਼ਰਾਬ ਦੀ ਧਾਰਨਾ ਬੜੀ ਮਸ਼ਹੂਰ ਆ, ਤੁਹਾਡੇ ਆਸ-ਪਾਸ ਕੋਈ ਸ਼ਰਾਬ ਪੀਂਦਾ, ਠੀਕ ਹੈ, ਤੁਸੀਂ ਸ਼ਰਾਬ ਦੇ ਠੇਕੇ ਅੱਗੋਂ ਲੰਘ ਰਹੇ ਹੋ, ਦੁਕਾਨ ਅੱਗੋਂ ਲੰਘ ਰਹੇ ਹੋ, ਤੁਸੀਂ ਦੇਖੋ ਵੀ ਆਰਟੀਕਲ 47 ਦੀ ਗੱਲ ਇਹਦੇ ਵਿੱਚ ਹੋ ਰਹੀ ਆ। ਤਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਯਾਦ ਰੱਖਦੇ ਹਾਂ 47। ਜਾਂ ਆਪਾਂ ਗੱਲ ਲਾ ਲਓ ਇੱਕ ਇਹਦਾ ਟਰੈਕ ਹੋਰ ਬਣਾ ਸਕਦੇ ਹਾਂ 1947 ਬਣਾ ਲਓ, ਵੀ 1947 'ਚ ਦੇਸ਼ ਆਜ਼ਾਦ ਹੋ ਗਿਆ ਸੀ, ਠੀਕ ਹੈ, ਬਟ ਫਿਰ ਵੀ ਸਾਡੇ ਕੀ ਆ, ਹਾਲੇ ਤੱਕ ਲੋਕਾਂ ਦੇ ਮਾਈਂਡ ਦੇ ਵਿੱਚੋਂ ਜਿਹੜੀ ਅੰਗਰੇਜ਼ਾਂ ਨੇ ਸ਼ਰਾਬ ਲਿਆਂਦੀ ਸੀ ਉਹ ਗਈ ਨਹੀਂ, ਠੀਕ ਹੈ, ਇਸ ਤਰੀਕੇ ਨਾਲ। ਤਾਂ 47 ਤਾਂ 47 ਨੂੰ ਆਪਾਂ ਯਾਦ ਰੱਖਾਂਗੇ ਸ਼ਰਾਬ ਨਾਲ।
ਨੈਕਸਟ ਆਪਾਂ ਆਰਟੀਕਲ ਜਿਹੜਾ 48 ਦੀ ਗੱਲ ਕਰਦੇ ਹਾਂ। 48 ਦੇ ਵਿੱਚ ਕੀ ਗੱਲ ਕੀਤੀ ਗਈ ਆ? 48 ਜਿਹੜਾ ਸਾਡਾ ਹੈਗਾ ਉਹ ਹੈਗਾ ਸਾਡਾ ਖੇਤੀ ਤੇ ਜਿਹੜਾ ਪਸ਼ੂ ਪਾਲਣ ਨਾਲ ਸੰਬੰਧਿਤ ਆ। ਠੀਕ ਹੈ, ਖੇਤੀ ਤੇ ਪਸ਼ੂ ਪਾਲਣ ਜਿਹੜੇ ਕਿੱਤੇ ਨਾਲ ਆ, ਪਸ਼ੂ ਪਾਲਣ। ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਹੜੀ ਸਲਾਊਟਰ ਕਾਊਜ਼ ਜਿਹੜੇ ਦੁਧਾਰੂ ਪਸ਼ੂ ਨੇ ਉਹਨਾਂ ਦੀ ਹੱਤਿਆ ਤੇ ਰੋਕ ਲਾਈ ਗਈ ਆ। ਠੀਕ ਹੈ, ਨਾਲ ਹੀ ਆਪਾਂ ਨੋਟ ਕਰ ਸਕਦੇ ਹਾਂ ਜਿਹੜੇ ਦੁਧਾਰੂ ਪਸ਼ੂ ਨੇ ਉਹਨਾਂ ਦੇ ਹੱਤਿਆ ਤੇ ਰੋਕ, ਦੁਧਾਰੂ ਪਸ਼ੂਆਂ ਦੀ ਹੱਤਿਆ ਤੇ ਰੋਕ। ਠੀਕ ਹੈ, ਸਲਾਟਰ ਕਾਊਜ਼ ਹੈ ਨਾ। ਆਪਾਂ ਦੇਖਦੇ ਹਾਂ ਵੀ ਜਿਹੜੇ ਗਊਆਂ ਫਿਰਦੀਆਂ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਹੱਤਿਆ ਤੇ ਰੋਕ ਕਿਹੜੇ ਆਰਟੀਕਲ ਦੇ ਵਿੱਚ ਲਾਈ ਗਿਆ? 48 ਦੇ ਵਿੱਚ। 48 ਦੇ ਵਿੱਚ ਜਾਂ ਆਪਾਂ ਗੱਲ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ ਯਾਦ ਰੱਖ ਲਓ ਵੀ 1947 'ਚ ਦੇਸ਼ ਆਜ਼ਾਦ ਹੋ ਗਿਆ। ਆਜ਼ਾਦੀ ਤੋਂ ਬਾਅਦ ਕੀ ਹੋ ਗਿਆ? ਅਸੀਂ ਖੇਤੀਬਾੜੀ ਤੇ ਪਸ਼ੂ ਪਾਲਣੇ ਸ਼ੁਰੂ ਕਰਤੇ। 48 ਜਾਂ ਇੱਕ ਗਊ ਸੀ ਜਿਹੜੀ 48 ਕਿਲੋ ਦੁੱਧ ਦਿੰਦੀ ਸੀ। ਠੀਕ ਹੈ, ਗਊ ਹੱਤਿਆ ਤੇ ਰੋਕ ਕਿਹੜੇ ਆਰਟੀਕਲ ਥਰੂ ਲੱਗੀ ਹੋਈ ਆ। ਤਾਂ ਆਪਾਂ ਇਹਨਾਂ ਨੂੰ ਇਹ ਤਰੀਕੇ ਨਾਲ ਯਾਦ ਰੱਖਾਂਗੇ, ਨਾ ਕਿ ਰੱਟਾਫਿਕੇਸ਼ਨ ਨਾਲ। ਠੀਕ ਹੈ, 48 ਆਰਟੀਕਲ ਕਾਫੀ ਇੰਪੋਰਟੈਂਟ ਆ। ਅੱਗੇ ਜਿਹੜਾ ਤੁਹਾਡਾ ਆ ਗਿਆ 48A। 48A ਆਪਾਂ ਕਹਿ ਸਕਦੇ ਹਾਂ 1। ਠੀਕ ਹੈ, ਇਹਦੇ ਵਿੱਚ ਕੀ ਕੀਤਾ ਗਿਆ? ਸਾਡਾ ਜਿਹੜਾ ਵਾਤਾਵਰਨ, ਹੁਣ ਦੇਖੋ ਜੇ ਅੱਜ ਦੇ ਸਮੇਂ 'ਚ ਬਿਮਾਰੀ ਫੈਲੀ ਹੋਈ ਆ, ਠੀਕ ਹੈ, ਤਾਂ ਆਪਾਂ ਕਹਿੰਦੇ ਆ ਆਕਸੀਜਨ ਦੀ ਘਾਟ ਆ, ਕਿਉਂਕਿ ਮਨੁੱਖ ਨੇ ਜਿਹੜੇ ਸਾਰੇ ਉਹ ਰੁੱਖ ਆ ਜਿਹੜੇ ਉਹ ਪੱਟ ਸੁੱਟੇ ਨੇ। ਠੀਕ ਹੈ, ਤਾਂ ਇਸ ਕਰਕੇ ਕੀ ਆ? ਆਕਸੀਜਨ ਦੀ ਕਮੀ ਹੋ ਰਹੀ ਆ। ਤਾਂ ਆਪਾਂ ਨੂੰ ਲੋੜ ਪੈ ਗਈ, ਆਪਾਂ ਨੂੰ ਲੋੜ ਕਾਹਦੀ ਪੈ ਗਈ? ਚੰਗੇ ਵਾਤਾਵਰਨ ਦੀ। ਤਾਂ ਜਿਹੜੇ ਇਹ ਵਾਤਾਵਰਨ ਨੂੰ ਵਧਾਵਾ ਦੇਣ ਲਈ ਜਿਹੜੀ ਐਡ ਕੀਤਾ ਗਿਆ ਸੀਗਾ, ਵਾਤਾਵਰਨ ਨੂੰ ਵਧਾਵਾ ਦੇਣਾ, ਵਾਤਾਵਰਨ ਨੂੰ ਵਧਾਵਾ ਦੇਣਾ, ਵਾਤਾਵਰਨ ਨੂੰ ਵਧਾਵਾ ਦੇਣਾ। ਤਾਂ ਇਹ ਵੀ ਆਪਾਂ ਕਦੋਂ ਐਡ ਕੀਤਾ ਸੀਗਾ? 42ਵੀਂ ਸੋਧ ਅਮੈਂਡਮੈਂਟ ਜਿਹੜੀ ਹੋਈ ਸੀ, 42ਵੀਂ ਅਮੈਂਡਮੈਂਟ ਕਦੋਂ ਹੋਈ ਸੀ? 1976 ਦੇ ਵਿੱਚ ਜੀ। ਠੀਕ ਹੈ, ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਯਾਦ ਰੱਖਦੇ ਹਾਂ। 48A ਤੋਂ এনवायरमेंट ਬਣਾ ਸਕਦੇ ਹੋ ਇੱਥੇ A ਤੋਂ, ਬਟ ਉੱਥੇ ਨਾ ਬਣਾ ਲਿਓ 48। ਜਾਂ ਇਹਨੂੰ ਇਸੇ ਟ੍ਰਿਕ ਨਾਲ ਯਾਦ ਰੱਖ ਲਓ ਵੀ ਖੇਤੀ ਕਰਨ ਤੋਂ ਬਾਅਦ ਕੀ ਹੋਇਆ? ਜੇ ਆਪਾਂ ਖੇਤੀ ਕਰਾਂਗੇ ਰੁੱਖ ਲਾਵਾਂਗੇ ਪਰ ਰੁੱਖ ਕੱਟ ਰਹੇ ਹਾਂ ਉਲਟ। ਠੀਕ ਹੈ, ਜਾਂ ਫਸਲਾਂ ਬੀਜਾਂਗੇ ਕੀ ਸਾਡਾ ਵਾਤਾਵਰਨ ਕੀ ਆ? ਸ਼ੁੱਧ ਹੋਊਗਾ। ਦੋਵੇਂ ਆਰਟੀਕਲ ਇਸ ਤਰੀਕੇ ਨਾਲ ਯਾਦ ਰਹਿ ਸਕਦੇ ਆ। 48  'ਚ ਕੀ ਆ? ਖੇਤੀ ਕਰਨੀ। 49 ਜਿਹੜਾ 48 'ਚ ਕੀ ਹੋ ਗਿਆ? ਸਾਡਾ ਵਾਤਾਵਰਨ ਆ ਜਿਹੜਾ ਸਾਫ਼ ਸੁਥਰਾ ਰਹੇ, ਸਵਸਥ ਰਹੇ, ਤਾਂ ਅਸੀਂ ਚੰਗੇ ਤਰੀਕੇ ਨਾਲ ਜਿਉਂ ਸਕੀਏ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਆਰਟੀਕਲ 49। 49 ਦੇ ਵਿੱਚ ਕੀ ਆ ਗਿਆ? ਦੇਖੋ ਜੀ, ਜਿਹੜੇ ਸਾਡੀਆਂ ਪੁਰਾਣੀਆਂ ਇਮਾਰਤਾਂ ਨੇ ਹੈ ਨਾ, ਪੁਰਾਣੀਆਂ ਇਮਾਰਤਾਂ ਜਿਹੜੀਆਂ ਸਾਡੀਆਂ ਇਤਿਹਾਸਕ ਨੇ, ਜਿਵੇਂ ਆਗਰਾ ਤਾਜ ਕਿਲ੍ਹਾ ਹੋ ਗਿਆ, ਤਾਜ ਮਹਿਲ ਹੋ ਗਿਆ, ਦਿੱਲੀ ਦਾ ਲਾਲ ਕਿਲ੍ਹਾ ਹੋ ਗਿਆ, ਅਨੇਕਾਂ ਹੋਰ। ਠੀਕ ਹੈ, ਜਿਹੜੀਆਂ ਸਾਡੀਆਂ ਇਮਾਰਤਾਂ ਨੇ ਇਤਿਹਾਸਕ, ਉਹਨਾਂ ਨੂੰ ਕਹਿੰਦੇ ਸਾਂਭ ਸੰਭਾਲ 'ਚ ਉਹਨਾਂ ਦੀ ਜ਼ਰੂਰੀ ਆ। ਉਹਨਾਂ ਦੀ ਕੀ ਆ? ਸਾਂਭ ਸੰਭਾਲ ਜ਼ਰੂਰੀ ਆ। ਹੁਣ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਹਾਂ, ਲੋਕਾਂ ਨੇ ਕੀ ਕੀਤਾ? ਜਿਹੜੇ ਪੁਰਾਣੇ ਖੂਹ ਸੀ ਉਹਨਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਾ। ਤਾਂ ਇਸੇ ਤਰੀਕੇ ਨਾਲ ਜਿਹੜੇ ਸਾਡੇ ਇਤਿਹਾਸਕ ਕੋਈ ਬਿਲਡਿੰਗ ਆ, ਇਤਿਹਾਸਕ ਇਮਾਰਤਾਂ ਨੇ, ਉਹਨਾਂ ਦੀ ਸੰਭਾਲ ਲਈ ਜਿਹੜੀ ਇਹਦੇ ਵਿੱਚ ਗੱਲ ਕੀਤੀ ਗਈ ਆ ਆਰਟੀਕਲ 49 ਦੇ ਵਿੱਚ। ਤਾਂ ਦੇਖੋ ਜੀ ਆਰਟੀਕਲ 49 ਕੀ ਆ? ਇਤਿਹਾਸਕ ਇਮਾਰਤਾਂ, ਇਤਿਹਾਸਕ ਇਮਾਰਤਾਂ ਲਈ ਵਿਸ਼ੇਸ਼ ਯਤਨ, ਵਿਸ਼ੇਸ਼ ਯਤਨ। ਠੀਕ ਹੈ, ਇਹਦੇ ਵਿੱਚ ਗੱਲ ਕੀਤੀ ਗਈ ਆ ਜਿਹੜੇ ਸਾਡੀਆਂ ਇਤਿਹਾਸਕ ਇਮਾਰਤਾਂ ਨੇ ਉਹਨਾਂ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਤਾਂ ਇਹਨੂੰ ਆਪਾਂ ਟ੍ਰਿਕ ਵੀ ਯਾਦ ਰੱਖ ਲਓ। ਦੇਖੋ ਇਹਨੂੰ ਟ੍ਰਿਕ ਕਿਵੇਂ ਬਣਾਵਾਂਗੇ ਆਪਾਂ? ਸਾਡਾ ਜਿਹੜਾ ਪੰਜਾਬ ਆ, ਪੰਜਾਬ ਤੁਹਾਨੂੰ ਪਤਾ ਵੀ ਕਦੋਂ ਅੰਗਰੇਜ਼ਾਂ ਦੇ ਐਂਟਰ ਹੋਇਆ ਸੀਗਾ? 29 ਮਾਰਚ 1849 ਨੂੰ। ਕਦੋਂ ਹੋਇਆ ਸੀਗਾ ਜੀ? 29 ਮਾਰਚ 1849। 49 ਟ੍ਰਿਕ ਆ ਗਿਆ ਸੀ। 49 ਯਾਦ ਰੱਖਦੇ ਵੀ 49 ਤੋਂ ਬਾਅਦ ਜਿਹੜੀਆਂ ਸਾਡੀਆਂ ਕੁਝ ਇਤਿਹਾਸਕ ਸੰਸਥਾ ਆਪਣੇ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਅਸੀਂ ਦੁਬਾਰਾ ਸਰਜੀਤ ਰੱਖਾਂਗੇ 1947 ਤੋਂ ਬਾਅਦ। ਕਿਸੇ ਵੀ ਤਰੀਕੇ ਨਾਲ ਯਾਦ ਰੱਖ ਲਓ 49। ਠੀਕ ਹੈ, 49 ਕੀ ਆ? ਸਾਡੀਆਂ ਇਤਿਹਾਸਕ ਇਮਾਰਤਾਂ ਨੂੰ ਦੀ ਸਾਂਭ ਸੰਭਾਲ ਲਈ ਜਿਹੜੀਆਂ ਵਿਸ਼ੇਸ਼ ਸਹੂਲਤਾਂ ਨੇ ਵੀ ਉਹਦੇ ਲਈ ਤੁਸੀਂ ਰੱਖ ਰਖਾਵ ਲਈ ਯਤਨ ਕੀਤੇ ਜਾਣ। ਠੀਕ ਆ, ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? 49 ਦੇ ਵਿੱਚ। ਨੈਕਸਟ ਆ ਗਿਆ ਜੀ 50 ਆਰਟੀਕਲ। ਠੀਕ ਹੈ, ਇਹਦੇ ਵਿੱਚ ਕੀ ਹੈਗਾ? 50 ਦੇ ਵਿੱਚ 50 ਆਰਟੀਕਲ ਦੇ ਵਿੱਚ ਵੀ ਜਿਹੜੀ ਸਾਡੀ ਕਾਰਜਪਾਲਿਕਾ ਗਈ, ਕਿਉਂਕਿ ਸਰਕਾਰ ਦੇ 3 ਅੰਗ ਹੁੰਦੇ ਨੇ, ਕਾਰਜਪਾਲਿਕਾ ਹੋ ਗਿਆ, ਵਿਧਾਨ ਪਾਲਿਕਾ ਹੋ ਗਿਆ ਤੇ ਨਿਆਂਪਾਲਿਕਾ ਹੋ ਗਿਆ। ਠੀਕ ਹੈ, ਆਮ ਤੌਰ 'ਤੇ ਕਿਹਾ ਜਾਂਦਾ ਵੀ ਜਿਹੜੀ ਕਾਰਜਪਾਲਿਕਾ ਤੇ ਜਿਹੜੀ ਵਿਧਾਨ ਪਾਲਿਕਾ ਦੇ ਸੰਬੰਧ ਨੇੜੇ ਹੁੰਦੇ ਆ, ਬਟ ਨਿਆਂਪਾਲਿਕਾ ਇਹਨਾਂ ਤੋਂ ਅਲੱਗ ਹੁੰਦੀਆਂ ਥੋੜ੍ਹੀ। ਨਿਆਂਪਾਲਿਕਾ ਕੀ ਆ? ਅਲੱਗ ਹੁੰਦੀ ਆ, ਕਿਉਂਕਿ ਹੋਣਾ ਵੀ ਇੱਦਾਂ ਹੀ ਚਾਹੀਦਾ। ਜੇਕਰ ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ ਸੰਬੰਧਾਂ ਦੇ ਵਿੱਚ ਨੇੜਤਾ ਹੋਊਗੀ ਤਾਂ ਗੜਬੜ ਹੋ ਜਾਏਗੀ ਕਹਿਣ ਦਾ ਭਾਵ। ਤਾਂ ਇਹੀ ਆ। ਤਾਂ ਇੱਥੇ ਇੱਕ ਟ੍ਰਿਕ ਵੀ ਯਾਦ ਰੱਖਦੀ 50-50 ਵੀ ਜਿਹੜੀ ਕਾਰਜਪਾਲਿਕਾ ਤੇ ਨਿਆਂਪਾਲਿਕਾ ਅਲੱਗ-ਅਲੱਗ ਹੋਣੇ ਚਾਹੀਦੇ ਆ। ਠੀਕ ਹੈ, ਉਹਨਾਂ ਦੇ ਸੰਬੰਧ ਆ ਜਿਹੜੇ ਨੇੜਲੇ ਨਹੀਂ ਹੋਣੇ ਚਾਹੀਦੇ। ਕਹਿੰਦਾ 50-50 ਅਲੱਗ-ਅਲੱਗ। ਠੀਕ ਹੈ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਸੈਪਰੇਟ ਹੋਵੇ ਕਹਿਣ ਦਾ ਭਾਵ, ਸੈਪਰੇਟ ਹੋਵੇ, ਅਲੱਗ ਹੋਵੇ। ਨਿਆਂਪਾਲਿਕਾ ਅਲੱਗ ਹੋਵੇ, ਅਲੱਗ ਹੋਵੇ। ਠੀਕ ਹੈ,
ਤਾਂ ਇਹ ਜਿਹੜਾ ਹੈਗਾ ਸੀ ਆਰਟੀਕਲ ਥੋੜਾ 50 ਸੀ, ਇਹਨੂੰ 50-50 ਕਰ ਲਓ, ਕਾਰਜਪਾਲਿਕਾ ਤੇ ਨਿਆਂਪਾਲਿਕਾ। ठीक है, ਨੈਕਸਟ ਆਪਾਂ ਆਰਟੀਕਲ 51 ਦੀ ਗੱਲ ਕਰਦੇ ਹਾਂ, ਜਿਹੜਾ ਕਿ ਲਾਸਟ ਆ ਪੇਪਰ ਬੁੱਕ ਕਾਫੀ ਇੰਪੋਰਟੈਂਟ ਆ, ਇਹ ਕਾਫੀ ਇੰਪੋਰਟੈਂਟ ਆ ਜੀ। ਇਹਨੂੰ ਸਟਾਰ ਲਾ ਕੇ ਲਿਖਾਂਗੇ ਆਪਾਂ 51। ਇਹ ਕੀ ਆ ਸਾਡਾ ਅੰਤਰਰਾਸ਼ਟਰੀ ਸ਼ਾਂਤੀ ਦੀ ਗੱਲ ਕਰਦਾ ਗਾ, ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੀ ਗੱਲ ਕਰਦਾ, ਬਹੁਤ ਇੰਪੋਰਟੈਂਟ ਆ ਜੀ। ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਇੰਗਲਿਸ਼ 'ਚ ਆਪਾਂ ਯਾਦ ਰੱਖਾਂਗੇ ਅੰਤਰਰਾਸ਼ਟਰੀ ਸ਼ਾਂਤੀ ਐਂਡ ਸੁਰੱਖਿਆ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ। ਠੀਕ ਹੈ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਜੀ 51। ਇਹਦਾ ਟ੍ਰਿਕ ਸੌਖਾ ਹੈ, ਦੱਸਦਾ ਮੈਂ ਤੁਹਾਨੂੰ। 51 51 ਰੁਪਏ, 51 ਰੁਪਏ ਦਾ ਸਗਨ ਹੁੰਦਾ, ਆਪਾਂ ਆਮ ਤੌਰ 'ਤੇ ਕਹਿੰਦੇ 51 21 11 ਕਹਿ ਦਿੰਦੇ ਆ, ਬਟ 51 ਦਾ ਆਪਾਂ ਜ਼ਿਆਦਾ ਕਹਿੰਦੇ ਆ 51 ਰੁਪਏ ਸਗਨ ਸਗਨ। ਠੀਕ ਹੈ, ਤਾਂ ਕੀ ਹੋਊਗਾ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਹੋ ਗਈ। ਆਪਾਂ ਕੀ ਕੀਤਾ 51 ਰੁਪਏ ਦਿਆ, ਠੀਕ ਹੈ, ਕੋਈ ਪ੍ਰਸਾਦ ਵੰਡਿਆ ਵੀ ਅੰਤਰਰਾਸ਼ਟਰੀ। ਜੇ ਆਪਾਂ ਦੇਖਦੇ ਹਾਂ ਫਸਟ ਵਰਲਡ ਵਾਰ ਸਮੇਂ ਕਿੰਨਾ ਨਾਸ ਹੋਇਆ, ਸੈਕੰਡ ਸਮੇਂ ਕਿੰਨਾ ਹੋਇਆ, ਤਾਂ ਉਦੋਂ ਬਾਅਦ UN ਬਣਿਆ ਇੱਕ, UN ਜਿਹੜਾ ਆਪਾਂ ਸੰਯੁਕਤ ਰਾਸ਼ਟਰ ਸੰਘ, ਤਾਂ ਉਹਨੇ ਕੀ ਕੀਤਾ ਸੀ ਅੰਤਰਰਾਸ਼ਟਰੀ ਸ਼ਾਂਤੀ ਦੀ ਜਿਹੜੀ ਵਿਵਸਥਾ ਦੀ ਗੱਲ ਕੀਤੀ ਸੀ, ਆਪਾਂ ਪੜਾਂਗੇ UN ਦੇ ਵਿੱਚ ਜਾ ਕੇ। ਤਾਂ ਇੱਥੇ ਆਰਟੀਕਲ 51 ਕੀ ਹੈ ਸਾਡਾ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਦੇਖੋ ਜੀ ਬੇਸ਼ੱਕ ਇਹ ਆਰਟੀਕਲ ਕਾਫੀ ਨੇ 37 ਤੋਂ ਲੈ ਕੇ 51 ਤੱਕ, ਤੁਹਾਨੂੰ ਲੱਗਦਾ ਵੀ ਮੇਰੇ ਯਾਦ ਨਹੀਂ ਰਹੇ ਨੇ, ਬਟ ਤੁਹਾਨੂੰ ਜੇਕਰ ਇਹ ਸਾਰੇ ਯਾਦ ਨਹੀਂ ਨੇ, ਤੁਹਾਡੇ ਲਈ ਕਿਹੜੇ ਇੰਪੋਰਟੈਂਟ ਆ ਮੈਂ ਇੱਥੇ ਲਿਖ ਦਿੰਦਾ ਪੇਪਰ ਦੇ ਪੱਖੋਂ, ਜਿਹੜੇ ਕਾਫੀ ਆ ਰਹੇ ਨੇ। ਠੀਕ ਹੈ, ਕਿਹੜੇ ਕਿਹੜੇ ਜ਼ਿਆਦਾ ਇੰਪੋਰਟੈਂਟ ਨੇ, ਤਾਂ ਆਪਾਂ ਦੇਖਦੇ ਹਾਂ ਆਰਟੀਕਲ ਕਿਹੜੇ ਇੱਥੇ ਜ਼ਿਆਦਾ ਇੰਪੋਰਟੈਂਟ ਨੇ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ, ਇਹਦੇ ਵਿੱਚ ਹੈਗਾ 44, ਠੀਕ ਹੈ, 51 ਸਭ ਤੋਂ ਜ਼ਿਆਦਾ ਜਿਹੜੇ ਪੇਪਰ 'ਚ ਇਹ ਪੁੱਟ ਕੀਤੇ ਜਾਂਦੇ ਆ। ਤੇ ਉਸ ਤੋਂ ਬਾਅਦ ਕੀ ਆ, ਜੇਕਰ ਅੱਗੇ ਪੁੱਛਿਆ ਜਾਂਦਾ 41, ਠੀਕ ਹੈ, ਜਾਂ ਫਿਰ ਯਾਦ ਰੱਖੋ ਜਿਹੜਾ 48, ਕਿਉਂਕਿ ਮੁੱਦਾ ਗਾ ਐਨਵਾਇਰਨਮੈਂਟ ਦਾ 48 ਹੈ ਜ਼ਿਆਦਾ, ਇਹ 3-4 ਆ, ਜਾਂ ਫਿਰ ਜਿਹੜਾ ਸਾਡੇ ਆ ਪੇਂਡੂ ਪੰਚਾਇਤ ਜਿਹੜੀ ਆਪਾਂ ਗੱਲ ਕਰਦੇ ਸੀ, ਤੇ ਆਰਟੀਕਲ 45। ਠੀਕ ਹੈ, ਤਾਂ ਇਹ ਕਾਫੀ ਪੇਪਰ ਦੇ ਵਿੱਚ ਪੁੱਟ ਕੀਤੇ ਜਾਂਦੇ ਆ। ਦੇਖੋ ਆ ਜਿਹੜਾ 5 ਆਪਾਂ ਗੱਲ ਕੀਤੀ ਆ, ਇਹ 3 ਤਰੀਕੇ ਨਾਲ ਪੁੱਛਿਆ ਜਾਂਦਾ ਕੁਐਸਚਨ। ਇੱਕ ਵਾਰੀ ਆਇਆ ਸੀ ਸਿੱਖਿਆ ਨਾਲ ਸੰਬੰਧ ਕਿਹੜਾ ਹੇਠ ਲਿਖਿਆਂ ਵਿੱਚ ਮੌਲਿਕ ਅਧਿਕਾਰ ਨਹੀਂ ਹੈ, ਉੱਥੇ ਉਹਨਾਂ ਨੇ ਕੀ ਪਾਤਾ, ਦੇਖੋ ਜੀ ਉੱਥੇ ਪਾਤਾ 21A, ਇੱਧਰ ਧਿਆਨ ਦਿਓ ਜੀ, ਉੱਥੇ ਕੀ ਲਿਖਤਾ ਉਹਨਾਂ ਨੇ 21A ਪਾਤਾ, 21A ਹੈਗਾ ਤੁਹਾਨੂੰ ਪਤਾ ਵੀ ਰਾਈਟ ਟੂ ਐਜੂਕੇਸ਼ਨ ਆ। ਨੈਕਸਟ ਪਾਤਾ 45, ਇਹ ਵੀ ਹੈਗਾ। ਹੁਣ ਆਪਾਂ ਗੱਲ ਕਰ ਲਿਆ ਵੀ 0 ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਲਈ ਫ੍ਰੀ ਐਂਡ ਜਿਹੜੀ ਆਪਾਂ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਸੀ, ਤਾਂ ਇਹ ਵੀ ਹੈਗਾ। ਇੱਕ ਉਹਨਾਂ ਨੇ ਲਿਖਤਾ ਇੱਥੇ 51A, ਇਹ ਆਪਾਂ ਹਾਲੇ ਪੜ੍ਹਿਆ ਨਹੀਂ, ਕੱਲ੍ਹ ਪੜ੍ਹਾਂਗੇ। ਮੌਲਿਕ ਕਰਤੱਵ ਜਿਹੜਾ ਸਾਡਾ ਵੀ ਹਰੇਕ ਮਾਤਾ ਪਿਤਾ ਦਾ ਕਰਤੱਵ ਆ ਕਿ 6 ਤੋਂ ਲੈ ਕੇ 14 ਜਿਹੜੇ ਸਾਡੇ 14 ਸਾਲ ਤੱਕ ਦੇ ਬੱਚੇ ਆ ਉਹਨਾਂ ਨੂੰ ਉਹ ਸਕੂਲ ਭੇਜੇ। ਹੇਠਾਂ ਲਿਖਤਾ ਉਹਨਾਂ ਨੇ ਆਲ ਆਫ ਅਬਵ। ਤਾਂ ਕਹਿਣ ਦਾ ਤਿੰਨੇ ਇਹਦੇ ਆਨਸਰ ਆ ਜਿਹੜੇ ਸਹੀ ਹੋ ਰਹੇ ਆ। ਤਾਂ ਇਸ ਕਰਕੇ ਆਪਾਂ ਨੂੰ ਡੀਪਲੀ ਪੜ੍ਹਨ ਦੀ ਜਿਹੜੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਆ, ਕਿਉਂਕਿ ਕੋਈ ਵੀ ਪੇਪਰ ਤੁਸੀਂ ਤਿਆਰੀ ਕਰ ਰਹੇ ਹੋ ਕੰਪੀਟੀਟਿਵ ਐਗਜ਼ਾਮ ਦੀ, ਤਾਂ ਤੁਸੀਂ ਉਹਨੂੰ ਡੀਪਲੀ ਪੜ੍ਹੋ। ਜੇਕਰ ਡੀਪਲੀ ਪੜ੍ਹ ਲਿਆ ਤਾਂ ਜਿਹੜਾ ਉੱਪਰਲੇ ਕਨਸੈਪਟ ਆ ਤੁਹਾਡੇ ਇੱਕ ਨਾਰਮਲੀ ਸਮਝ ਆ ਜਾਣਗੇ, ਤਾਂ ਬੜੇ ਜਿਹੜੇ ਸੌਖੇ ਤਰੀਕੇ ਨਾਲ ਕਵਰ ਕਰ ਦੋਗੇ ਉਹਨਾਂ ਨੂੰ। ਤਾਂ ਇਹ ਸੀ ਆਪਾਂ 37 ਤੋਂ ਲੈ ਕੇ 51 ਤੱਕ ਜਿਹੜੇ ਆਰਟੀਕਲ ਜਿਹੜੇ ਕਵਰ ਕੀਤੇ ਨੇ। ਉਸ ਤੋਂ ਬਾਅਦ ਇੱਕ ਥੋੜ੍ਹਾ ਜਿਹਾ ਹੋਰ ਜਿਹੜੇ ਥੋੜ੍ਹੇ ਯਾਦ ਰੱਖਣ ਵਾਲੀ ਗੱਲ ਆ, ਇੱਕ ਇਹਦੇ ਸੰਬੰਧ ਨਾਲ ਕੁਝ ਕੇਸ ਲੱਗੇ ਹੋਏ ਸੀਗੇ ਵੀ ਜਿਹੜੇ ਮੌਲਿਕ ਅਧਿਕਾਰ ਜਾਂ ਫਿਰ DPSP, ਇਹਨਾਂ ਦੇ ਵਿੱਚ ਪਾਵਰਫੁਲ ਕਿਹੜੀ ਚੀਜ਼ ਆ, ਜ਼ਿਆਦਾ ਸ਼ਕਤੀਸ਼ਾਲੀ ਕਿਹੜੇ ਨੇ। ਇੱਕ ਤਾਂ ਹੈਗਾ ਸੀ ਕੇਸਵ ਸੈਨ ਭਾਰਤੀ ਕੇਸ 1973 ਵਾਲਾ, ਠੀਕ ਹੈ, ਕੇਸਵ ਸੈਨ ਭਾਰਤੀ ਕੇਸ, ਠੀਕ ਹੈ, 1973। ਇਹਨੇ ਕੀ ਕਿਹਾ ਸੀਗਾ ਵੀ ਜਿਹੜੇ ਮੌਲਿਕ ਅਧਿਕਾਰ ਨੇ ਉਹ DPSP ਤੋਂ ਜ਼ਿਆਦਾ ਪਾਵਰਫੁਲ ਨੇ। ਠੀਕ ਹੈ, ਕੀ ਕਿਹਾ ਸੀਗਾ ਵੀ ਜਿਹੜੇ ਮੌਲਿਕ ਅਧਿਕਾਰ ਨੇ, ਮੌਲਿਕ ਅਧਿਕਾਰ ਵੀ ਮੰਨ ਲਓ ਇਹਨਾਂ ਨੂੰ ਲੈ ਕੇ ਟੱਕਰ ਹੁੰਦੀ ਆ, ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਤੇ DPSP ਵਿੱਚ ਕੋਈ ਟੱਕਰ ਹੁੰਦੀ ਆ, ਤਾਂ ਜ਼ਿਆਦਾ ਪਾਵਰਫੁਲ ਕਿਹੜੇ ਆ, ਮੌਲਿਕ ਅਧਿਕਾਰ। ਮੌਲਿਕ ਅਧਿਕਾਰਾਂ ਨੂੰ ਸ਼ਕਤੀਸ਼ਾਲੀ ਦੱਸਿਆ, ਠੀਕ ਹੈ। ਇਹਦੇ ਵਿੱਚ ਤਾਂ ਵੈਸੇ ਯਾਦ ਰੱਖ ਲਓ, ਠੀਕ ਹੈ, ਮੈਂ ਲਿਖ ਵੀ ਦਿੱਤਾ ਵੀ ਜਿਹੜੇ ਮੌਲਿਕ ਅਧਿਕਾਰਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਕਿਹੜੇ ਕੇਸ ਨੇ ਦੱਸਿਆ ਸੀਗਾ, ਕੇਸਵ ਸੈਨ ਭਾਰਤੀ ਕੇਸ ਨੇ। ਤਾਂ ਨੈਕਸਟ ਅੱਗੇ ਕੇਸ ਆਇਆ ਸੀਗਾ, ਅੱਗੇ ਦੇਖੋ ਧਿਆਨ ਦਿਓ, ਨੈਕਸਟ ਜਿਹੜਾ ਆਪਣਾ ਗੱਲ ਕੀਤੀ ਆ 42ਵੀਂ ਸੋਧ, ਨੈਕਸਟ ਹੋਈ ਸੀ ਆਪਣੀ 42ਵੀਂ ਸੋਧ 1976, ਠੀਕ ਹੈ। ਇਹਦੇ ਵਿੱਚ ਕੀ ਗੱਲ ਕੀਤੀ ਗਈ ਸੀ ਜੀ, ਇਹਦੇ ਵਿੱਚ ਕੀਤੀ ਗਈ ਸੀ ਵੀ ਜਿਹੜੇ ਕਈ ਵਾਰੀ ਪੇਪਰ ਦੇ ਵਿੱਚ ਵੀ ਆਇਆ ਹੋਇਆ ਵੀ ਕਿਹੜੇ ਸੋਧ ਰਾਹੀਂ ਮੌਲਿਕ ਅਧਿਕਾਰਾਂ ਤੋਂ DPSP ਨੂੰ ਜ਼ਿਆਦਾ ਪਾਵਰਫੁਲ ਦੱਸਿਆ ਗਿਆ, ਠੀਕ ਹੈ। ਤਾਂ ਇਹਦੇ ਵਿੱਚ ਕੀ ਸੀਗਾ, DPSP ਨੂੰ ਮੌਲਿਕ ਅਧਿਕਾਰਾਂ ਤੋਂ ਸ਼ਕਤੀਸ਼ਾਲੀ ਦੱਸਿਆ ਗਿਆ, ਠੀਕ ਹੈ। ਤਾਂ ਇਹ ਤਾਂ ਦੋ ਸੀਗੇ, ਇੱਕ ਹੈਗਾ ਸੀ ਮਿਰਵ, ਠੀਕ ਹੈ, ਇੱਕ ਤਰ੍ਹਾਂ ਦਾ ਕੇਸ ਸੀਗਾ ਮਿਰਲ, ਠੀਕ ਹੈ, ਉਹ ਲਿਖਿਆ ਮਿਰਵ, ਇੱਥੇ ਮੈਂ ਲਿਖ ਦੇਣਾ ਉੱਪਰ ਸਪੈਲਿੰਗ।
1980 ਦੇ ਵਿੱਚ ਕੇਸ ਸੀਗਾ, ਠੀਕ ਹੈ, ਲੱਗਿਆ ਸੀ। ਉਹਦੇ ਵਿੱਚ ਕਿਹਾ ਗਿਆ ਵੀ ਜਿਹੜੇ ਸਮਾਨ ਨੇ ਇਹਨਾਂ ਦਾ, ਠੀਕ ਹੈ, ਦੋਨੇ ਬਰਾਬਰ ਨੇ। ਜਿਹੜਾ ਹੈਗਾ ਸੀ ਕਿ 1980 ਦੇ ਵਿੱਚ ਮਿਰਵ ਇਸ ਤਰ੍ਹਾਂ ਦਾ ਜਿਹੜਾ ਨਾਮ ਆਦਾ ਮਿਰਵ ਦਾਸ, ਠੀਕ ਹੈ, ਕੇਸ ਇਸ ਤਰ੍ਹਾਂ ਕੇਸ, ਥੋੜ੍ਹਾ ਜਿਹਾ ਨਾਮ 'ਚ ਮੇਰੇ ਹੁਣ ਮਾਈਂਡ 'ਚ ਸਕਿਪ ਆ ਥੋੜ੍ਹਾ ਜਿਹਾ, ਠੀਕ ਆ। ਤਾਂ ਇਹਦੇ ਰਾਹੀਂ ਕੀ ਕਿਹਾ ਸੀਗਾ ਵੀ ਇਹ ਜਿਹੜੇ ਦੋਵੇਂ ਆ ਕੀ ਆ, ਦੋਵੇਂ ਸਮਾਨ ਨੇ, ਠੀਕ ਆ। ਇਹਨਾਂ ਦੇ ਵਿੱਚ ਕੋਈ ਵੱਡਾ ਜਾਂ ਕੋਈ ਛੋਟਾ ਨਹੀਂ, ਦੋਵੇਂ ਸਮਾਨ ਹਨ, ਠੀਕ ਆ। ਦੋਨਾਂ ਦਾ ਜਿਹੜਾ ਖੇਤਰ ਆ ਉਹ ਸਕੋਪ ਆ ਸਮਾਨ, ਠੀਕ ਆ, ਦੋਵੇਂ ਸਮਾਨ ਨੇ। ਇਹਨਾਂ ਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਸੋ ਇਹ ਸੀ ਜਿਹੜਾ ਅੱਜ ਦਾ ਆਪਣਾ DPSP ਜਿਹੜਾ ਲੈਕਚਰ ਪਾਰਟ 4। ਤਾਂ ਬੜਾ ਸੌਖੇ ਤਰੀਕੇ ਨਾਲ ਇਹਨੂੰ ਯਾਦ ਰੱਖ ਸਕਦੇ ਹੋ। ਤਾਂ ਆਪਾਂ ਕਿੱਥੋਂ ਲੈ ਗਏ ਨੇ, ਮੇਨ ਤਾਂ ਇਹੀ ਯਾਦ ਰੱਖਣਾ, ਜਾਂ 37 ਤੋਂ 51 ਤੱਕ ਹੀ ਜਿਹੜਾ ਚੱਲ ਰਿਹਾ ਹੈਗਾ। ਤਾਂ ਇਹ ਕਾਫੀ ਪੇਪਰ ਵਿੱਚ ਆਏ ਹੋਏ ਨੇ। ਆਮ ਤੌਰ 'ਤੇ ਕੋਸ਼ਿਸ਼ ਕਰੋ ਕਿ ਆਪਾਂ ਇੱਕ ਆਰਟੀਕਲ ਨੂੰ ਯਾਦ ਕਰੀਏ 37 ਤੋਂ ਲੈ ਕੇ 51 ਤੱਕ। ਇਹ ਜਿਹੜਾ ਆਪਣਾ ਹੈਗਾ ਸੀਗਾ ਤੁਹਾਡਾ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਪਾਰਟ 4 ਤੇ 37 ਤੋਂ ਲੈ ਕੇ 51 ਤੱਕ। ਨੈਕਸਟ ਆਪਣਾ ਜਿਹੜਾ ਪਾਰਟ ਆਏਗਾ ਸੰਵਿਧਾਨ ਦਾ, ਤੁਸੀਂ ਸੋਚੋਗੇ ਚੌਥੇ ਤੋਂ ਬਾਅਦ ਆਏਗਾ 5, ਬਟ ਨਹੀਂ, ਹੁਣ ਕੀ ਆਏਗਾ 4A, ਕਿਉਂਕਿ ਬਾਅਦ ਦੇ ਵਿੱਚ ਜੋੜਿਆ ਗਿਆ ਸਾਡਾ ਫੰਡਾਮੈਂਟਲ ਡਿਊਟੀਜ਼। ਤਾਂ ਇਸ ਕਰਕੇ ਕੱਲ੍ਹ ਆਪਾਂ ਫੰਡਾਮੈਂਟਲ ਡਿਊਟੀਜ਼ ਨੂੰ ਕਵਰ ਕਰਾਂਗੇ ਬੜੇ ਤਰੀਕੇ ਨਾਲ, ਤੇ ਟ੍ਰਿਕ ਵਾਈਜ਼, ਤੇ ਕਿਹੜੇ ਸਾਡੇ ਫੰਡਾਮੈਂਟਲ ਡਿਊਟੀ ਨੇ, ਕਿਹੜੇ ਸਾਡੇ ਮੌਲਿਕ ਕਰਤੱਵ ਨੇ, ਤੇ ਨਾਲ ਆਪਾਂ ਤੁਹਾਨੂੰ ਐਕਸਪਲੇਨ ਕਰਾਵਾਂਗੇ। ਥੈਂਕ ਯੂ ਵੈਰੀ ਮੱਚ। ਓਕੇ।